ਵਾਹਿਗੁਰੂ ਧੰਨ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੇ ਬਿਖ ਖਾਹੀ। ਮਾਇਆ ਮੋਹ ਭਰਮ ਭੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ। ਇਕ ਉਤਮ ਪੰਥ ਸੁਣਿਓ ਗੁਰ ਸੰਗਤ, ਤਹ ਮਲੰਤ ਜਮ ਤਰਾਸ ਮਟਾਈ। ਇਕ ਅਰਦਾਸ ਭਾਟ ਕੀਰਤ ਕੀ, ਗੁਰ ਰਾਮਦਾਸ ਰਾਖੋ ਸਰਨਾਈ। ਵਾਹਿਗੁਰੂ ਸਾਹਿਬ ਜੀਓ। ਸ੍ਰੀ ਰਾਗ ਮਹਿਲਾ ਪੰਜਵਾਂ। ਘੜੀ ਮੋਹਤ ਕਾ ਪਾਹੁਣਾ, ਕਾਜ ਸਵਾਰਨ ਹਾਰ। ਮਾਇਆ ਕਾਮ ਵਿਆਪਿਆ, ਸਮਝੇ ਨਾਹੀਂ ਗਵਾਰ। ਉੱਠ ਚੱਲਿਆ ਪਛਤਾਇਆ, ਪਰਿਆ ਵਸ ਜੰਦਾਰ। ਅੰਧੇ ਤੂੰ ਬੈਠਾ ਕੰਧੀ ਪਾਹੇ, ਜੇ ਹੋਵੇ ਪੂਰਬ ਲਿਖਿਆ, ਤਾਂ ਗੁਰ ਕਾ ਸ਼ਬਦ ਕਮਾਏ। ਅੰਧੇ ਤੂੰ ਬੈਠਾ ਕੰਧੀ ਪਾਹੇ, ਜੇ ਹੋਵੀ ਪੂਰਬ ਲਿਖਿਆ, ਤਾਂ ਗੁਰ ਕਾ ਸ਼ਬਦ ਕਮਾਏ। ਰਹਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਦੀ ਕਿਰਪਾ ਨਾਲ ਗੁਰ ਸ਼ਬਦ ਦੀ ਵਿਚਾਰ ਦਾ ਟਾਈਮ, ਤੇ ਗੁਰੂ ਸਾਹਿਬ ਬਖਸ਼ਿਸ਼ ਕਰਨ। ਬਾਣੀ ਪੜ੍ਹੀ ਗਈ, ਸਿਮਰਨ ਹੋਇਆ, ਬਾਣੀ ਗਾਇਨ ਹੋਈ ਹੈ। ਕੁਛ ਸ਼ਬਦ ਦੀ ਵਿਚਾਰ, ਬਾਣੀ ਦੀ ਵਿਚਾਰ, ਜੋ ਕਿ ਸਾਨੂੰ ਹੁਕਮ ਹੈ ਗੁਰੂ ਪਾਤਸ਼ਾਹ ਦਾ। ਬਾਣੀ ਬਿਰਲੋ ਵਿਚਾਰ ਸੀ, ਜੇ ਕੋ ਗੁਰਮੁਖ ਹੋਏ। ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ। ਇਹ ਬਾਣੀ ਨੇ ਸਾਨੂੰ ਨਿਜ ਘਰ 'ਚ ਵਾਸਾ ਦਿਵਾਉਣਾ। ਤੇ ਗੁਰੂ ਪਾਤਸ਼ਾਹ ਜਿਨ੍ਹਾਂ ਦੀ ਅਸੀਂ ਗੋਦ ਦੇ ਵਿੱਚ ਬੈਠੇ ਹਾਂ, ਇਹ ਗੁਰੂ ਪਾਤਸ਼ਾਹ ਧੁਰ ਦੇ ਮਾਲਕ, ਸ੍ਰਿਸ਼ਟੀ ਦੇ ਮਾਲਕ, ਸੱਚਖੰਡ ਦੇ ਮਾਲਕ, ਜਿਨ੍ਹਾਂ ਨੇ ਮਨ ਨੂੰ, ਜੀਵ ਨੂੰ ਕਹਿ ਲਓ, ਸਾਰਾ ਭੇਦ ਦੇ ਦਿੱਤਾ। ਭੇਦ ਕੀ ਦੇ ਦਿੱਤਾ? ਜਿਵੇਂ ਜੀਵ ਇੱਥੇ ਆਇਆ ਧਰਤੀ ਤੇ, ਕਿੱਥੋਂ ਆਇਆ, ਕਿੱਥੋਂ ਆਇਆ, ਕਿੱਥੇ ਚਲੇ ਜਾਣਾ, ਤੇ ਉਹ ਸਾਰਾ ਇੱਕ ਇੱਕ ਗੱਲ ਗੁਰੂ ਸਾਹਿਬ ਨੇ ਭੇਦ ਦਿੱਤਾ। ਆਪਣੇ ਘਰ ਦਾ ਭੇਦ ਦਿੱਤਾ, ਸੱਚਖੰਡ ਦਾ ਦਿੱਤਾ, ਨਰਕਾਂ ਦਾ ਭੇਦ ਦੇ ਦਿੱਤਾ, ਧਰਮਰਾਜ ਦਾ ਭੇਦ ਦੇ ਦਿੱਤਾ, ਸਵਰਗਾਂ ਦਾ ਭੇਦ ਦੇ ਦਿੱਤਾ, ਸਾਰਾ ਧਰਤੀ ਦੀ ਭੇਦ ਦੇ ਦਿੱਤਾ, ਸਰੀਰ ਦਾ ਭੇਦ ਦੇ ਦਿੱਤਾ। ਇੱਕ ਇੱਕ ਗੱਲ, ਹੁਣ ਹਰ ਇੱਕ ਗੱਲ ਗੁਰੂ ਸਾਹਿਬ ਨੇ ਸਾਨੂੰ ਹਰੇਕ ਐਂਗਲ ਤੋਂ ਭੇਦ ਦੇ ਕੇ ਸਮਝਾਉਂਦੇ ਆ। ਕਿਉਂ? ਕਿਉਂਕਿ ਜਿਹੜਾ ਮਨ ਆਇਆ ਨਾ ਇੱਥੇ, ਸਰੀਰ 'ਚ ਆ ਗਿਆ,
ਇਹਨੂੰ ਸੋਝੀ ਤਾਂ ਕੁਛ ਵੀ ਨਹੀਂ ਹੈ, ਇਹਨੂੰ ਪਤਾ ਹੀ ਨਹੀਂ। ਅਗਲੇ ਸਵਾਸ ਦਾ ਨਹੀਂ ਪਤਾ, ਅਗਲੀ ਖੇਡ ਦਾ ਨਹੀਂ ਪਤਾ, ਕੁਛ ਪਤਾ ਹੀ ਨਹੀਂ ਹੈਗਾ। ਤੇ ਪਤਾ ਕਿੱਥੋਂ ਲੱਗੇ? ਉਹ ਗੱਲ ਜਿਹੜੀ ਆ ਸਾਨੂੰ ਉਹ ਗੁਰੂ ਪਾਤਸ਼ਾਹ ਮਨ ਨੂੰ ਗਾਈਡ ਕਰਦੇ, ਮਨ ਨੂੰ ਸਮਝਾਉਂਦੇ ਆ। ਕਿਉਂ? ਮਨ ਪੁੱਤਰ ਆ ਉਹਦਾ, ਜੀਵ ਆਤਮਾ ਪੁੱਤਰ ਆ। ਜੀਵ ਇੱਥੇ ਆਇਆ, ਦੇਖੋ ਭੇਜਿਆ ਗਿਆ। ਮਰਨ ਲਿਖਾਏ ਮੰਡਲ ਮੇ ਆਏ। ਗੁਰੂ ਸਾਹਿਬ ਕਹਿੰਦੇ ਤੂੰ ਪਹਿਲਾਂ ਆਪਣਾ ਮਰਨ ਲਿਖਾ ਕੇ ਆਇਆ ਹੋਇਆ। ਪਹਿਲੀ ਗੱਲ ਤਾਂ ਇਹ ਸਮਝਾਉਂਦੇ ਆ ਕਿ ਜਿੱਥੇ ਤੂੰ ਆਇਆ ਇਹ ਧਰਤੀ ਦਾ ਭੇਦ ਦਿੱਤਾ ਕਿ ਧਰਤੀ ਤੇ ਕੀ ਕਰਨ ਆਇਆ ਸੀ, ਧਰਤੀ ਕਿਵੇਂ ਬਣਾਈ। ਦੇਖੋ ਜੇ ਦੇਖਿਆ ਗੁਰੂ ਸਾਹਿਬ ਨੇ ਇੱਕ ਇੱਕ ਗੱਲ ਜਿੱਦਾਂ ਹੁਣ ਜਪਜੀ ਸਾਹਿਬ ਪੜ੍ਹਦੇ ਨਾ, ਉਹਦੇ 'ਚ ਇੱਕ ਇੱਕ ਪੁਆਇੰਟ 'ਤੇ ਗਾਹਾਂ ਗੁਰੂ ਗ੍ਰੰਥ ਸਾਹਿਬ ਜੀ ਸਾਰਾ ਗੱਲ ਖੋਲ੍ਹੀ ਪਈ ਆ। ਜਿੱਦਾਂ ਸਮਰੀ ਹੁੰਦੀ ਨਾ ਇੱਕ ਇੱਕ ਪੁਆਇੰਟ। ਹੁਣ ਉੱਥੇ ਗੁਰੂ ਪਾਤਸ਼ਾਹ ਨੇ ਕਿਹਾ ਰਾਤੀ, ਰੁੱਤੀ, ਥਿਤੀ, ਵਾਰ, ਪਵਨ, ਪਾਣੀ, ਅਗਨੀ, ਪਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨ ਕੇ ਨਾਮ ਅਨੇਕ ਅਨੰਤ, ਪਰ ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਤੇ ਉਹ ਗੁਰੂ ਸਾਹਿਬ ਨੇ ਸਮਝਾਇਆ ਕਿ ਧਰਤੀ ਤੇ ਧਰਮ ਕਮਾਉਣ ਲਈ ਚੱਲਿਆ। ਹੁਣ ਇੱਥੇ ਮਨ ਆਇਆ ਧਰਮ ਕਮਾਉਣ ਲਈ, ਪਰ ਇੱਥੇ ਕੀ ਹੋਇਆ? ਇੱਥੇ ਗੁਰੂ ਸਾਹਿਬ ਨੇ ਖੇਡ ਸਮਝਾਈ ਕਿ ਜਿੱਥੇ ਤੂੰ ਆਇਆ ਨਾ, ਇੱਥੇ ਸਭ ਮਾਇਆ ਦਾ ਦੇਸ਼ ਹੈ। ਇਹਨੂੰ ਮਾਤ ਲੋਕ ਕਹਿੰਦੇ ਆਪਾਂ। ਮਾਇਆ ਦੇ ਦੇਸ਼ ਦੇ ਵਿੱਚ ਅਸੀਂ ਆ ਗਏ ਹਾਂ। ਇੱਥੇ ਮਾਇਆ ਨੇ ਸਾਨੂੰ ਭੁਲਾ ਦਿੱਤਾ ਵੀ ਤੂੰ ਕੀ ਕੰਮ ਕਰਨ ਆਇਆ ਸੀ, ਕੀ ਕਾਹਲ ਲਈ ਆਇਆ ਸੀ। ਹੁਣ ਆਪਾਂ ਗੁਰੂ ਸਾਹਿਬ ਕਹਿੰਦੇ ਨਾ ਮਰਨ ਲਿਖਾਏ ਮੰਡਲ ਮੇ ਆਏ, ਪੁੱਤ ਸਾਰਾ ਤੂੰ ਆਪਣਾ ਮਰਨ ਦਾ ਟਾਈਮ ਲਿਖਾ ਕੇ ਆਇਆ ਹੋਇਆ ਵੀ ਮੈਂ ਇੰਨੇ ਟਾਈਮ ਦੇ ਵਿੱਚ, ਇੰਨੇ ਸਵਾਸਾਂ ਦੇ ਵਿੱਚ ਮੈਂ ਤੈਨੂੰ ਵਾਹਿਗੁਰੂ ਜੀ ਆਪਣੇ ਘਰ, ਗੁਰੂ ਸਾਹਿਬ ਨੇ, ਵਾਹਿਗੁਰੂ ਨੇ ਕਿਹਾ ਕਿ ਘਰ ਦਿਖਾ ਕੇ ਭੇਜਿਆ ਸੀ, ਤੂੰ ਇੱਥੇ ਆਉਣਾ। ਕਹਿੰਦਾ ਜੀ ਠੀਕ ਆ, ਇੱਥੇ ਆਵਾਂਗਾ। ਤੇ ਆ ਕੇ ਇੱਥੇ ਭੁੱਲ ਗਿਆ। ਇੱਥੇ ਜਿਹੜੀ ਬੇਸਿਕ ਸਿੱਖਿਆ ਜਿਹੜੀ ਆਪਾਂ ਰੋਜ਼ ਉਹ ਦੁਹਰਾਉਂਦੇ ਆ ਹੈ ਗੁਰਬਾਣੀ ਰਾਹੀਂ ਸਾਰੀ ਗੁਰੂ ਸਾਹਿਬ ਨੇ ਸਮਝਾਈ ਆ। ਅਸੀਂ ਭੁੱਲੇ ਵੀ ਇੱਦਾਂ ਹੀ ਆ। ਮਨ ਇੱਥੇ ਭੁੱਲਿਆ, ਮਾਇਆ ਨੂੰ ਭੁਲਾ ਦਿੱਤਾ ਗਿਆ। ਕਿਹਨੇ? ਮਾਇਆ ਨੇ। ਕਿਉਂ? ਮਾਇਆ ਦਾ ਦੇਸ਼ ਆ, ਇੱਥੇ ਆ ਕੇ ਭੁੱਲ ਗਿਆ ਉਹ। ਹੁਣ ਗੁਰੂ ਸਾਹਿਬ ਕਹਿੰਦੇ ਕਿ ਮਨਾ ਤੇਰੇ ਅੰਦਰ ਮੈਂ ਆਤਮਿਕ ਖੁਰਾਕ ਰੱਖੀ ਸੀ, ਉਹ ਖਾਂਦਾ ਰਹੀ। ਉਹ ਕੀ ਸੀ? ਉਹ ਅੰਮ੍ਰਿਤ ਰਸ ਸੀ। ਹੁਣ ਉਹ ਗੁਰੂ ਸਾਹਿਬ ਕਹਿੰਦੇ ਕਿ ਪਹਿਲੀ ਗੱਲ ਤਾਂ ਤੇਰਾ ਉਹ ਜਿਹੜਾ ਆਤਮਿਕ ਖੁਰਾਕ ਆ ਉਹ ਅੰਦਰੋਂ ਲੁੱਟ ਰਹੇ ਆ। ਗੁਰੂ ਸਾਹਿਬ ਜੀ ਕੌਣ ਲੁੱਟ ਰਹੇ ਆ? ਕਹਿੰਦੇ ਅੰਦਰ ਚੋਰ ਬੈਠੇ ਆ, ਚੋਰ ਬੈਠੇ ਆ। ਹੁਣ ਜੇ ਤੂੰ ਕਹਿੰਦੇ ਜਾਗ ਜਾਏ ਤਾਂ ਤੂੰ ਆਪਣਾ ਅੰਮ੍ਰਿਤ ਰਸ ਲੱਭ ਸਕਦਾ, ਉਹਨਾਂ ਤੋਂ ਬਚਾ ਸਕਦਾ। ਹੁਣ ਜਾਗ ਕਿਵੇਂ ਜਾਏ? ਹੁਣ ਗੁਰੂ ਸਾਹਿਬ ਕਹਿੰਦੇ ਆ ਸਿਮਰ 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 ਗੁਰ ਆਪਣਾ, ਸੂਤਾ ਮਨ ਜਗਾਏ। ਇੱਥੇ ਆਪਾਂ ਸਿਮਰਨ ਕਰਦੇ ਆ ਨਾ, ਸੰਗਤ ਦੇ ਵਿੱਚ ਆਏ ਆ। ਸਿਮਰਨ ਕਰਨੇ ਦੇ ਨਾਲ ਸਾਡਾ ਸੁੱਤਾ ਹੋਇਆ ਮਨ, ਮਾਇਆ ਜਿਹੜੀ ਆ ਉਹ ਮਨ ਨੂੰ ਸਲਾਹ ਦਿੰਦੀ ਆ। ਕਿੱਧਰੋਂ? ਰੱਬ ਵਾਲੇ ਪੱਖ ਤੋਂ। ਤੇ ਉਹ ਜਦੋਂ ਗੁਰੂ ਸਾਹਿਬ ਦੇ ਕੋਲ ਇੱਥੇ ਆਉਂਦੇ ਆ, ਸਿਮਰਨ ਕਰਦਾ, ਮਨ ਨੂੰ ਜਾਗ ਆਉਂਦੀ ਆ, ਮਨ ਨੂੰ ਜਾਗਰਤੀ ਅੰਦਰ ਆਉਂਦੀ ਆ ਕਿ ਮੈਂ ਕੌਣ ਆ, ਕੀ ਕਰਨ ਆਇਆ ਹੋਇਆ। ਨਹੀਂ ਤਾਂ ਬਾਹਰ ਤਾਂ ਭੁੱਲਿਆ ਹੀ ਪਿਆ ਮਨ। ਹੁਣ ਮਨ ਨੂੰ ਗੁਰੂ ਸਾਹਿਬ ਇੱਥੇ ਆ ਕੇ ਕੁਐਸਚਨ ਕਰਦੇ ਆ, ਤੂੰ ਕੌਣ ਰੇ, ਕਹਾਂ ਤੇ ਆਇਆ, ਇਤਨਾ ਬਿਨਾ ਜਾਣੇ ਮੁੱਦਤ, ਚਲਤੇ ਖਬਰ ਨਾ ਪਾਈ। ਤੂੰ ਕੌਣ ਆ? ਮਨਾ ਕਿੱਥੋਂ ਆਇਆ ਤੂੰ? ਆਪਣੇ ਆਪ ਨੂੰ ਸੋਚ ਵਿਚਾਰ। ਹੁਣ ਗੁਰੂ ਸਾਹਿਬ ਜੀ ਮੈਨੂੰ ਕੀ ਪਤਾ ਮੈਂ ਕਿੱਥੋਂ ਆਇਆ? ਮਨ ਨੂੰ ਪਤਾ ਵੀ ਨਹੀਂ ਹੈ ਮੈਂ ਕਿੱਥੋਂ ਆਇਆ। ਹੁਣ ਗੁਰੂ ਸਾਹਿਬ ਨੇ ਸਮਝਾਇਆ ਕਿ ਤੂੰ ਕਿੱਥੋਂ ਆਇਆ, ਤੈਨੂੰ ਇੱਥੇ ਜਿਹੜੇ ਸਾਰੇ ਸੰਬੰਧੀ ਸਾਖ ਸੰਬੰਧੀ ਮਿਲੇ ਆ, ਪੂਰਵ ਜਨਮ ਕੇ ਮਿਲੇ ਸੰਜੋਗੀ, ਅੰਤੇ ਕੋ ਨਾ ਸਹਾਈ, ਮਾਤ ਪਿਤਾ ਸੁੱਤ ਬੰਧਵ, ਸਾਰੇ ਜਿੰਨੇ ਮਿਲੇ ਆ ਇਹ ਤੇਰੇ ਪੂਰਬਲੇ ਕਰਮਾਂ ਦੇ ਮਿਲੇ। ਤੈਨੂੰ ਤੂੰ ਇੱਥੇ ਆਇਆ, ਤੇਰਾ ਜਿਹੜਾ ਖੇਡ ਆ ਨਾ ਤੇਰਾ, ਇਹਨੂੰ ਸਮਝਣ ਦੀ ਕੋਸ਼ਿਸ਼ ਕਰ। ਗੁਰੂ ਸਾਹਿਬ ਜੀ ਕਿਵੇਂ ਸਮਝਾਂ? ਹੁਣ ਇਹ ਤੇ ਗੱਲ ਆਪਾਂ ਗੁਰਬਾਣੀ ਰਾਹੀਂ ਗੁਰੂ ਸਾਹਿਬ ਨੇ ਸਾਰਾ ਭੇਦ ਦਿੱਤਾ ਨਾ, ਇੱਕ ਇੱਕ ਗੱਲ ਦਾ ਭੇਦ ਦਿੱਤਾ, ਸੱਚਖੰਡ ਦਾ ਭੇਦ ਦਿੱਤਾ। ਉੱਥੇ ਗੁਰੂ ਆ, ਗੁਰੂ ਕੀ ਕਰਦਾ?
ਗੁਰੂ ਕਿਵੇਂ ਸਿੱਖਿਆ ਦੇ ਕੇ ਬਚਾ ਲੈਂਦਾ, ਗੁਰੂ ਆਪਣੇ ਘਰ ਕਿਵੇਂ ਲੈ ਆਉਂਦਾ। ਦੂਜਾ ਧਰਮਰਾਜ ਆ ਕਚਹਿਰੀ 'ਚ ਬਿਠਾਇਆ, ਉਹ ਧਰਮਰਾਜ ਦਾ ਕੀ ਕੰਮ ਆ, ਗੁਰੂ ਸਾਹਿਬ ਨੇ ਐਨ ਲਿਖਤੀ ਲਿਖਿਆ ਹੋਇਆ। ਧਰਮਰਾਜ ਨੂੰ ਹੁਕਮ ਹੈ ਵੈ ਸੱਚਾ ਧਰਮ ਬਚਾ, ਅਸੀਂ ਕਹਿੰਦੇ ਹੈ ਨਹੀਂ। ਆਪਣਾ ਮਨ ਕਈ ਵਾਰੀ ਕਹਿੰਦਾ ਜਿੱਦਾਂ ਉਹ ਭੁਲੇਖਾ ਖਾ ਜਾਂਦਾ ਵੀ ਧਰਮਰਾਜ ਹੋਣਾ, ਨਹੀਂ। ਗੁਰੂ ਸਾਹਿਬ ਕਹਿੰਦੇ ਉਹਨੂੰ ਇੱਕ ਇੱਕ ਡਿਊਟੀ ਸੌਂਪੀ ਹੋਈ ਆ। ਗੁਰੂ ਸਾਹਿਬ ਜੀ ਹੁਣ ਜਮਦੂਤ ਆ, ਕਹਿੰਦੇ ਜਮਦੂਤਾਂ ਨੂੰ, ਇਹ ਸ਼ਬਦ ਦੇ ਵਿੱਚ ਵੀ ਦੂਤਾਂ ਦੀ ਗੱਲ ਆਈ ਆ, ਜਮਦੂਤ ਹੈਗੇ, ਮਨ ਨੂੰ ਭੁਲੇਖਾ ਪੈ ਜਾਂਦਾ। ਗੁਰੂ ਸਾਹਿਬ ਕਹਿੰਦੇ ਨਹੀਂ, ਜਮਦੂਤਾਂ ਦੀ ਡਿਊਟੀ ਆ ਕੀ ਕਰਨਾ, ਉਹਨੇ ਫੜ ਕੇ ਲੈ ਕੇ ਜਾਣਾ, ਸੰਗਲ ਗਲ 'ਚ ਸੰਗਲ ਪਾ ਕੇ ਲੈ ਕੇ ਜਾਣਾ, ਘੜੀਸ ਕੇ ਲੈ ਕੇ ਜਾਣਾ, ਮਾਰਦੇ ਜਾਣਾ। ਇੱਕ ਇੱਕ ਗੱਲ ਲਿਖੀ ਹੋਈ ਆ, ਮੂੰਹ ਕਾਲਾ ਕਰਕੇ ਲੈ ਕੇ ਜਾਣਾ, ਇਹ ਉਹਨਾਂ ਦੀ ਡਿਊਟੀ ਆ। ਦੇਖੋ ਹੁਣ ਜਿੰਨਾ ਚਿਰ ਅਸੀਂ ਗੁਰੂ ਸਾਹਿਬ ਕਹਿੰਦੇ ਸੂਖਸ਼ਮ ਵਿਚਾਰ ਨਹੀਂ ਨਾ ਹੁੰਦੀ, ਤੇ ਉਹਨਾਂ ਚਿਰ ਖੇਡ ਬਖਸ਼ਿਸ਼ ਨਹੀਂ ਹੁੰਦੀ ਸੰਗਤ ਤੇ। ਆਪਾਂ ਕਹਿੰਦੇ ਸੂਖਸ਼ਮ ਖੇੜੀ ਤਾਂ ਦੱਸਣ ਆਏ ਸੀ ਇੱਥੇ। ਦੁਨਿਆਵੀ ਲੈਵਲ ਤੇ ਆਪਾਂ ਗੱਲਾਂ ਕਰੀ ਜਾਵੇਂ, ਦੁਨਿਆਵੀ ਤੇ ਦੁਨਿਆਵੀ ਸਾਰੀ ਦੁਨੀਆ ਉਲਝੀ ਪਈ ਆ। ਗੱਲ ਤੇ ਅੰਦਰ ਸੂਖਸ਼ਮ ਜੀਵ ਆਤਮਾ ਨੂੰ, ਮਨ ਨੂੰ ਸਮਝਾਉਣ ਦੀ ਗੱਲ ਆ ਵੀ ਅੰਦਰ ਤੇਰੀ ਖੇਡ ਕੀ ਆ, ਤੂੰ ਕਰਨਾ ਕੀ ਆ, ਤੇਰੇ ਨਾਲ ਹੋਣਾ ਕੀ ਆ। ਇਹ ਗੱਲ ਜਿੰਨਾ ਚਿਰ ਜਦੋਂ ਅਸੀਂ ਭੁੱਲ ਜਾਾਂਗੇ, ਹੁਣ ਬਾਣੀ ਦੀ ਵਿਚਾਰ ਜਦੋਂ ਅਸੀਂ ਆ ਉੱਪਰਲੀਆਂ ਗੱਲਾਂ ਨੂੰ ਆਪਾਂ ਕਹਿੰਦੇ ਨਹੀਂ ਨਹੀਂ ਸੁਣੀਆਂ ਜਾਂ ਰੋਜ਼ ਸੁਣੀ, ਇੱਦਾਂ ਸੁਣਿਆ, ਬਸ ਉਦੋਂ ਸਾਡਾ ਇੱਥੇ ਸਿਸਟਮ ਖਰਾਬ ਹੋ ਜਾਏਗਾ। ਕੀ ਖਰਾਬ ਹੋ ਜਾਏਗਾ? ਫਿਰ ਉਹ ਇੱਥੇ ਦੇ ਜਿਹੜੇ ਸੂਖਸ਼ਮ ਹੈ ਨਾ ਫੌਜ ਆ, ਉਹ ਸਾਨੂੰ ਕੰਟਰੋਲ ਕਰ ਲੈਂਦੀ ਆ, ਉਹ ਸਾਨੂੰ ਕੰਟਰੋਲ ਕਰ ਲੈਂਦੀ, ਉਹ ਸਾਨੂੰ ਹਿਲਾ ਦਿੰਦੀ ਆ। ਕੌਣ? ਮਾਇਆ ਦੀ ਸਾਰੀ ਫੌਜ ਆ। ਜਿਹੜੀ ਮਾਇਆ ਦੀ ਫੌਜ ਬਾਰੇ ਤਾਂ ਸਾਰਾ ਗੁਰੂ ਸਾਹਿਬ ਨੇ ਗਿਆਨ ਦਿੱਤਾ ਵੀ ਇਹਨਾਂ ਤੋਂ ਬਚ ਜਾ ਪੁੱਤ, ਇਹਨਾਂ ਨੇ ਤੈਨੂੰ ਲੁੱਟ ਲੈਣਾ। ਕਹੋ ਕਬੀਰ ਜੀਤ ਕੇ ਹਾਰ, ਤੂੰ ਚਾਹੇ ਜਿੱਤ ਕੇ ਜਾ ਚਾਹੇ ਹਾਰ ਕੇ ਜਾ, ਸਾਰੀ ਖੇਡ ਬਣਾਈ ਹੋਈ ਹੈ, ਤੂੰ ਹਾਰ ਕੇ ਨਾ ਚਲਾ ਜਾਈਂ। ਜੇ ਤੂੰ ਹਾਰ ਕੇ ਚੱਲ ਗਿਆ, ਇਹਨੀ ਲੁੱਟ ਲਿਆ ਤੈਨੂੰ, ਤੇ ਬਹੁਤ ਦੇਖ ਲਾ 4 ਯੁੱਗਾਂ ਬਾਅਦ ਵਾਰੀ ਆਊਗੀ। ਗੁਰੂ ਪਾਤਸ਼ਾਹ ਨੇ ਲਿਖਿਆ ਬਹੁਤ ਲੰਮਾ ਸਮਾਂ ਤੇਰਾ, ਹੁਣ ਟਾਈਮ ਥੋੜਾ ਆ। ਹੁਣ ਗੁਰੂ ਸਾਹਿਬ ਸਾਨੂੰ ਸਿੱਖਿਆ ਦੇ ਕੇ ਇਹਨਾਂ ਤੋਂ ਬਚਾ ਕੇ ਹੀ ਸਾਨੂੰ ਗੁਰੂ ਸਾਹਿਬ ਹੁਣ ਇਹਨਾਂ ਤੋਂ ਕਿਵੇਂ ਬਚਾਉਂਦੇ, ਸਾਰੀ ਪਹਿਲਾਂ ਤਾਂ ਇਹਨਾਂ ਦਾ ਇੱਕ ਇੱਕ ਦਾ ਗਿਆਨ ਦਿੰਦੇ ਸਨ। ਹੁਣ ਦੇਖੋ ਧਰਮਰਾਜ ਦਾ, ਜਿਉਂ ਅਸੀਂ ਆਪਣਾ ਗੁਰੂ ਸਾਹਿਬ ਜੀ ਮੈਨੂੰ ਧਰਮਰਾਜ ਬਾਰੇ ਸਮਝਾਓ, ਕਹਿੰਦੇ ਬਾਣੀ ਪੜ੍ਹੀ ਜਾ ਪੜ੍ਹੀ ਜਾ ਪੜ੍ਹੀ ਜਾ। ਆਪਾਂ ਕਿਉਂ ਪੜ੍ਹਨੀ ਆ, ਕਿਉਂ ਵਿਚਾਰ ਕਰਦੇ ਆ? ਉਹ ਗੱਲ ਆਉਂਦੀ ਜਾਏਗੀ ਵੀ ਧਰਮਰਾਜ ਕੀ ਕਰਦਾ, ਕਿਵੇਂ ਵਿਚਾਰਦਾ, ਕਿਵੇਂ ਉਹ ਸਜ਼ਾ ਦਿੰਦਾ, ਕਿਸ ਤਰ੍ਹਾਂ ਉਹ ਜੂਨਾਂ 'ਚ ਪਾਉਂਦਾ, ਕਿਸ ਤਰ੍ਹਾਂ ਉਹ ਸਾਰੀ ਇੱਕ ਇੱਕ ਗੱਲ ਆਏਗੀ। ਜਮਦੂਤ ਗੁਰੂ ਸਾਹਿਬ ਜੀ, ਜਮਦੂਤ ਕਿਵੇਂ ਫੜ ਕੇ ਲੈ ਕੇ ਜਾਂਦੇ ਆ, ਉਹਨਾਂ ਦੇ ਉੱਥੇ ਜਮਦੂਤਾਂ ਦੇ ਜਮਦਰ ਤੇ ਕਿਵੇਂ ਮਾਰ ਪੈਂਦੀ ਆ, ਕਿਵੇਂ ਉਹ ਸਜ਼ਾ ਲਾਉਂਦੇ ਆ, ਕਿਵੇਂ ਬੰਦੇ ਨੂੰ ਪੀੜਦੇ ਆ, ਕਿਵੇਂ ਰਸਤੇ ਦੇ ਵਿੱਚ ਉਹਦਾ ਕੀ ਹਾਲ ਕਰਦੇ, ਇੱਕ ਇੱਕ ਗੱਲ ਲਿਖੀ ਹੋ ਨਾ। ਹੁਣ ਸੂਖਸ਼ਮ ਆ। ਹੁਣ ਦੇਖੋ ਅਸੀਂ ਮਨ ਕਰਕੇ ਆਏ ਹੋਏ, ਤਨ ਕਰਕੇ ਆਏ ਹੋਏ ਆ। ਤਨ ਤਾਂ ਇੱਥੇ ਦੀ ਖੇਡ ਆ, ਇੱਥੇ ਛੱਡ ਜਾਣਾ। ਗੁਰੂ ਸਾਹਿਬ ਕਹਿੰਦੇ ਹੁਣ ਅਸੀਂ ਮਨ ਕਰਕੇ ਬੈਠੇ, ਮਨ ਸਾਰੀਆਂ ਗੱਲਾਂ ਅੰਦਰੋਂ ਗ੍ਰਹਿਣ ਕਰੀ ਜਾਂਦਾ, ਕਿਉਂਕਿ ਮਨ ਨੂੰ ਹੀ ਗੱਲ ਸਮਝਾਈ ਆ ਗੁਰੂ ਸਾਹਿਬ ਨੇ ਆ ਕੇ। ਸਾਰੀ ਜਿਹੜੀ ਬਰੀਕੀ ਦੇ ਖੇਡ ਆ, ਬਰੀਕੀ 'ਚ। ਹੁਣ ਅਸੀਂ ਦੇਖੋ ਜਮਦੂਤ ਤਾਂ ਫੜ ਕੇ ਲੈ ਕੇ ਜਾਂਦੇ ਆ, ਹੁਣ ਸਾਡਾ ਹਿਸਾਬ ਕਿਤਾਬ ਕੌਣ ਰੱਖਦਾ? ਗੁਰੂ ਸਾਹਿਬ ਕਹਿੰਦੇ ਚਿੱਤਰਗੁਪਤ ਰੱਖਦੇ ਆ। ਹੁਣ ਚਿੱਤਰਗੁਪਤ ਸਾਹਿਬ ਲਿਖਤੇ ਲੇਖਾ, ਭਗਤ ਜਿਨਾ ਕੋ ਦ੍ਰਿਸ਼ਟ ਨਾ ਪੇਖਾ। ਹੁਣ ਉਹ ਗੱਲ ਜਿਹੜੀ ਚਿੱਤਰ ਤੇ ਗੁਪਤ ਉਹ ਵੀ ਸੂਖਸ਼ਮ ਆ। ਹੁਣ ਸੂਖਸ਼ਮ ਖੇਡ ਆ ਨਾ ਸਾਰੀ ਬੰਦੇ ਦੇ ਨਾਲ, ਪਰ ਉਹ ਮਨ ਵੀ ਸੂਖਸ਼ਮ ਆ। ਹੁਣ ਸਾਰੀ ਗੱਲ ਗੁਰੂ ਸਾਹਿਬ ਨੇ ਸਾਰੀ ਸੂਖਸ਼ਮ ਗੱਲ ਸਮਝਾਈ ਆ ਕਿ ਜਿਹੜੀ ਸਾਰੀ ਖੇਡ ਆ ਨਾ, ਸੂਖਸ਼ਮ ਨੂੰ ਸਮਝਣ ਦੀ ਪੁੱਤ ਕੋਸ਼ਿਸ਼ ਕਰ। ਮਨਾ ਸੂਖਸ਼ਮ ਨੂੰ ਸਮਝਣ ਦੀ ਕੋਸ਼ਿਸ਼ ਕਰ। ਜੇ ਤੂੰ ਸੂਖਸ਼ਮ ਨੂੰ ਸਮਝਣ ਲੱਗ ਗਿਆ ਨਾ, ਤੇ ਤੈਨੂੰ ਸਾਰੀ ਖੇਡ ਜੀਂਦੇ ਜੀ ਸਮਝ ਆ ਜਾਏਗੀ, ਜੀਂਦੇ ਜੀ ਸਮਝ ਆ ਜਾਏਗੀ। ਹੁਣ ਦੇਖੋ, ਹੁਣ ਹੁਣ ਇੱਥੇ ਜਿਹੜੇ ਸੂਖਸ਼ਮ ਆ, ਇੱਥੇ ਮਾਇਆ ਦੇ 5 ਦੂਤ ਆ। ਜਿਵੇਂ ਗੁਰੂ ਸਾਹਿਬ ਕਿਹਾ ਨਾ ਵੀ 5 ਦੂਤ, 5 ਚੋਰ ਆ ਤੇਰੇ, ਕਹਿੰਦੇ 5 ਚੋਰ ਤੇਰਾ ਅੰਮ੍ਰਿਤ ਲੁੱਟਦੇ। ਗੁਰੂ ਸਾਹਿਬ ਜੀ ਕਿਉਂ ਆ ਉਹ? ਕਹਿੰਦੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰਾ। 5 ਚੋਰ ਇਸ ਦੇਹੀ ਮੇਂ ਬਸੇ, ਅੰਮ੍ਰਿਤ ਲੂਟੈ ਮਨ ਮੁਖ ਨਹੀਂ ਬੂਝੈ। ਤੇਰਾ ਅੰਮ੍ਰਿਤ ਜਿਹੜਾ ਸੀ ਨਾ, ਤੇਰੇ ਲਈ ਮੈਂ ਅੰਮ੍ਰਿਤ ਰੱਖਿਆ ਸੀ, ਉਹ ਤਾਂ ਤੇਰਾ ਇਹ ਲੁੱਟੀ ਜਾ ਰਿਹਾ, ਇਹ ਲੁੱਟਦੇ ਆ। ਇਹਨਾਂ ਤੋਂ ਬਚਾ ਲਾ। ਗੁਰੂ ਸਾਹਿਬ ਜੀ ਕਿਵੇਂ ਬਚਾਵਾਂ? ਹੁਣ ਇਹ ਜਿਹੜੀ ਖੇਡ ਆ ਨਾ, ਜਿਹੜੀ ਇਹ ਸੂਖਸ਼ਮ, ਕਿਉਂਕਿ ਹੁਣ ਆਪਾਂ ਕਹਿੰਦੇ 5 ਚੋਰ, 5 ਜਿਹੜੇ ਆ, ਇਹਨਾਂ ਦੇ ਵੱਖੋ ਵੱਖਰੇ ਸੁਭਾਅ ਆ। ਕਾਮ ਦਾ ਕੀ ਸੁਭਾਅ ਆ, ਉਹ ਹੌਲੀ ਹੌਲੀ ਸਮਝ ਆਏਗੀ ਵੀ ਗੁਰੂ ਸਾਹਿਬ ਜੀ ਇਹਦਾ ਕੀ ਸੁਭਾਅ ਆ, ਕ੍ਰੋਧ ਦਾ ਕੀ ਸੁਭਾਅ ਆ, ਲੋਭ ਦਾ ਕੀ ਸੁਭਾਅ ਆ, ਮੋਹ ਦਾ ਕੀ ਸੁਭਾਅ ਆ।
ਇਹ ਕਹਿੰਦੇ ਜਦੋਂ ਤੂੰ ਇਹ ਬਰੀਕੀ ਦੇ ਵਿੱਚ ਜਾਣਨ ਵਾਸਤੇ ਆਇਆ ਮੇਰੇ ਕੋਲੋਂ, ਗੁਰੂ ਦੇ ਕੋਲ ਇਹ ਬਰੀਕੀ ਦੇ ਵਿੱਚ ਅਸੀਂ ਜਾਣਨ ਵਾਸਤੇ ਆਏ ਆ ਵੀ ਗੁਰੂ ਸਾਹਿਬ ਜੀ ਇਹ ਕਿਵੇਂ ਹੋ। ਜਦੋਂ ਕਹਿੰਦੇ ਇਹ ਅਟੈਕ ਮਾਰਦੇ ਆ ਨਾ, ਉਦੋਂ ਤੈਨੂੰ ਪਤਾ ਲੱਗਣਾ ਚਾਹੀਦਾ ਵੀ ਕੀ ਇਹ ਮਤਲਬ ਕਿਹੜਾ ਵਿਕਾਰ ਸੀ ਇਹ। ਹੁਣ ਉਹ ਸੂਖਸ਼ਮ ਆ ਜਿੱਦਾਂ ਗੱਲ। ਸੋ ਮਨ ਨੂੰ ਹੌਲੀ ਹੌਲੀ ਇਹ ਚੀਜ਼ਾਂ ਦਾ ਜਿਲੇ ਗਿਆਨ ਆਉਣਾ ਸ਼ੁਰੂ ਹੋ ਜਾਂਦਾ, ਜਿਲੇ ਹੁਣ ਅਰਦਾਸਾਂ ਕਰਦਾ ਵੀ ਗੁਰੂ ਸਾਹਿਬ ਜੀ ਕਿਰਪਾ ਕਰੋ ਮੈਨੂੰ, ਗੁਰੂ ਸਾਹਿਬ ਜੀ ਮੈਂ ਤੇ ਅੰਮ੍ਰਿਤ ਪੀਣਾ ਚਾਹੁੰਦਾ, ਤੇ ਗੁਰੂ ਸਾਹਿਬ ਤੇ ਹੌਲੀ ਹੌਲੀ ਅੰਦਰ ਸੋਝੀ ਦੇਣਗੇ, ਹੌਲੀ ਹੌਲੀ। ਹੁਣ ਇਹਨਾਂ ਤੋਂ ਗੁਰੂ ਪਾਤਸ਼ਾਹ ਨੇ ਸਾਨੂੰ ਇੱਥੇ ਜਿਹੜਾ ਸਾਰਾ ਸਿਸਟਮ ਆ ਇਹਨਾਂ ਦੇ ਅਧੀਨ ਆ, ਇਹਨਾਂ ਨਾਲ ਇਹ ਲੜਾਈ ਆ ਸਾਡੀ, ਇਹਨਾਂ ਤੋਂ ਜਿੱਤ ਕੇ ਜਾਣਾ। ਗੁਰੂ ਸਾਹਿਬ ਕਹਿੰਦੇ ਆ ਇਹ ਜੀਵ ਤੇਰਾ ਸਾਰਾ ਕੁਝ ਲੁੱਟਣਗੇ, ਮਨਾ ਇਹ ਤੇਰਾ ਸਾਰਾ ਕੁਝ ਲੁੱਟਣਗੇ। ਸੋ ਉਹ ਮਨ ਜਿਹੜਾ ਮਨ ਹੁਣ ਆ ਤਨ ਦੇ ਵਿੱਚ ਹੀ ਬੈਠਾ, ਤਨ ਦਾ ਇਹ ਮਨ ਨੂੰ ਇਹ ਵੀ ਗੁਰੂ ਸਾਹਿਬ ਦਿੰਦੇ ਆ ਵੀ ਜਿਹੜਾ ਤਨ ਆ ਤੂੰ ਇਹ ਵੀ ਛੱਡ ਕੇ ਚਲਾ ਜਾਣਾ, ਇਹ ਵੀ ਥੋੜ੍ਹੇ ਟਾਈਮ ਲਈ ਆ, ਇਹਦੇ 'ਚ ਸਵਾਸ ਲੈ ਕੇ ਆਇਆ ਹੋਇਆ, ਜਿੱਦਣ ਇਹ ਸਵਾਸ ਮੁੱਕ ਗਏ ਤੂੰ ਚਲਾ ਜਾਣਾ, ਇੱਥੋਂ ਚਲਾ ਜਾਣਾ। ਪਰ ਤੂੰ ਜਾਣਾ ਕਿੱਥੇ ਆ? ਜਿਹੜੀ ਉਹ ਸਾਰੀ ਸੂਖਸ਼ਮ ਖੇਡ ਗੁਰੂ ਸਾਹਿਬ ਨੇ ਸਾਨੂੰ ਸਮਝਾਈ ਆ। ਤੇ ਗੁਰੂ ਪਾਤਸ਼ਾਹ ਹੁਣ ਦੇਖੋ ਅੱਜ ਇੱਕ ਨਕਸ਼ਾ ਖਿੱਚਦੇ ਆ ਸ਼ਬਦ ਦੇ ਵਿੱਚ ਕਿ ਜੀਵ ਜਦੋਂ ਇੱਥੇ ਆਉਂਦਾ ਪਰ ਉਹ ਇੱਥੇ ਆ ਕੇ ਭੁੱਲ ਜਾਂਦਾ ਸਾਰਾ ਕੁਝ। ਕਰਦਾ ਕੀ ਆ? ਦੇਖੋ ਗੁਰੂ ਸਾਹਿਬ ਨੇ ਸਮਝਾਇਆ, ਕਹਿੰਦੇ ਘੜੀ ਮੋਹਤ ਕਾ ਪਹੁਣਾ, ਆਪਣਾ ਇੱਕ ਘੜੀ ਮੋਹਤ 2 ਘੜੀਆਂ ਦਾ ਪ੍ਰਾਹੁਣਾ, ਮਨਾ ਤੂੰ 1-2 ਘੜੀਆਂ ਦਾ ਪ੍ਰਾਹੁਣਾ ਹੀ ਆ ਇੱਥੇ। ਮਤਲਬ ਗੁਰੂ ਸਾਹਿਬ ਲਈ ਇੰਨੀ ਛੋਟੀ ਜਿਹੀ ਖੇਡ ਆ। ਕਹਿੰਦੇ ਕਾਜ ਸਵਾਰ ਨਹਾਰ, ਪ੍ਰਾਹੁਣਾ ਕੋ ਕਿਸੇ ਘਰ ਚਲ ਜਾਏ ਤੇ ਉੱਥੇ ਜਾ ਕੇ ਉਹ ਕਾਰਜ ਸਵਾਰਨ ਲੱਗ ਜਾਏ ਤੇ ਗੁਰੂ ਸਾਹਿਬ ਕਹਿੰਦੇ ਆ ਵੀ ਉਹ ਕਾਰਜਾਂ 'ਚ ਰੁੱਝ ਜਾਏ, ਕੰਮਕਾਰ ਉੱਥੇ ਹੀ ਕਰਨ ਲੱਗ ਜਾਏ ਤੇ ਇਹ ਹਾਸੋਹੀਣੀ ਗੱਲ ਆ। ਕਿਉਂਕਿ 2 ਘੜੀਆਂ ਦਾ ਪ੍ਰਾਹੁਣਾ ਪਰ ਕੰਮ ਧੰਦੇ ਇੱਥੇ ਨਜਿੱਠਣ ਲੱਗ ਗਿਆ, ਆਪਣੇ ਉਹ ਭੁੱਲ ਗਿਆ। ਕੰਮ ਧੰਦਿਆਂ ਦਾ ਮਤਲਬ ਇੱਥੇ ਮਾਇਆ ਦੀ ਆ, ਜਿੰਨੇ ਅਸੀਂ ਕੰਮਕਾਰ ਕਰਦੇ ਹਾਂ ਨਾ, ਇਹ ਮਾਇਆ ਦੇ ਧੰਦੇ ਹੀ ਆ, ਮਾਇਆ ਦੀ ਖੇਡ ਹੀ ਆ, ਜਿਹੜੀ ਗੁਰੂ ਸਾਹਿਬ ਮਨ ਨੂੰ ਸਮਝਾਉਂਦੇ ਆ ਕਿ ਮਨਾ ਇਹ ਸਾਰੀ ਹੈ ਤਾਂ ਛੱਡ ਜਾਣੇ ਵਾਲੀ ਗੱਲ ਆ। ਜਿਹੜਾ ਤੇਰਾ ਕੰਮ ਸੀ, ਜੋ ਉਹ ਕੰਮ ਆਇਆ ਸੀ, ਉਹ ਤਾਂ ਤੂੰ ਭੁੱਲ ਬੈਠਾ। ਹੁਣ ਕਹਿੰਦੇ ਹੋਇਆ ਕਿਵੇਂ ਗੁਰੂ ਸਾਹਿਬ ਜੀ? ਕਹਿੰਦੇ ਮਾਇਆ ਕਾਮ ਵਿਆਪਿਆ, ਸਮਝੇ ਨਹੀਂ ਗਵਾਰ। ਮੂਰਖ ਕਹਿੰਦੇ ਇਹ ਮਨ ਜਿਹੜਾ ਆ ਜੀਵਨ ਦੇ ਸਹੀ ਰਾਹ ਨੂੰ ਨਹੀਂ ਸਮਝਿਆ, ਮਾਇਆ ਦੇ ਪਿੱਛੇ ਲੱਗ ਕੇ ਇੱਥੇ, ਕਿਉਂਕਿ ਸਾਰੇ ਜੀਵਾਂ ਦੇ ਉੱਤੇ ਨਿਗਰਾਨੀ ਇੱਕ ਮਾਇਆ ਦੀ ਆ। ਮਾਇਆ ਸਾਰੇ ਜੀਵਾਂ 'ਤੇ ਨਿਗਰਾਨੀ ਰੱਖਦੀ ਆ, ਸਾਰੇ ਜੀਵਾਂ ਨੂੰ ਮਤਲਬ ਇੱਥੋਂ ਨਿਕਲਣ ਇਹ ਡਿਊਟੀ ਲਾਈ ਹੋਈ ਉਹਦੀ ਪਾਤਸ਼ਾਹ ਨੇ। ਜਿੱਥੇ ਖੇਡ ਆਪਾਂ ਫਸੀ ਹੋਈ ਹੈ ਤੇ ਡਿਊਟੀ ਆ, ਮਾਇਆ ਨਿਗਰਾਨੀ ਰੱਖਦੀ ਆ ਵੀ ਨਿਕਲ ਨਹੀਂ ਦਿੰਦੀ ਇੱਥੋਂ, ਉਹ ਕੰਮਕਾਰ 'ਚ ਇੱਥੇ ਫਸਾਈ ਜਾਂਦੀ ਆ, ਭੁਲਾਈ ਜਾਂਦੀ ਆ। ਸੋ ਇੱਥੇ ਹੁਣ ਕਹਿੰਦੇ ਤੂੰ ਮਾਇਆ ਦੇ ਸਹੀ ਰਾਹ ਨੂੰ, ਜਿਹੜਾ ਤੇਰਾ ਰਸਤਾ ਸੀ ਅਸਲੀ, ਉਹਨੂੰ ਸਮਝਿਆ ਨਹੀਂ ਤੇ ਮੋਹ ਦੇ ਵਿੱਚ, ਮਾਇਆ ਦੇ ਮੋਹ ਦੇ ਵਿੱਚ ਇੱਥੇ ਮਾਇਆ ਕਾਮ ਵਿਆਪਿਆ, ਕਾਮਨਾ ਦੇ ਵਿੱਚ ਹੀ ਤੈਨੂੰ ਵਿਆਪਦੀ ਰਹੀ ਆ। ਕਾਮਨਾ ਕਦੇ ਇੱਧਰੇ ਫਸਿਆ ਰਿਹਾ, ਤੂੰ ਫਸਿਆ ਰਿਹਾ ਜੀਵ। ਕਹਿੰਦੇ ਉੱਠ ਚੱਲਿਆ ਪਛਤਾਇਆ। ਦੇਖੋ ਲੈ ਕੇ ਸਾਰਾ ਮਾਇਆ ਲਈ ਕੰਮਕਾਰ ਕਰਦਾ ਰਿਹਾ। ਹੁਣ ਜਦੋਂ ਰੱਬ ਚੇਤੇ ਨਹੀਂ ਆਇਆ, ਉਹ ਕੰਮ ਆਪਣਾ ਜਿਹੜਾ ਕਰਨ ਆਇਆ ਸੀ ਉਹ ਚੇਤੇ ਨਹੀਂ ਆਇਆ। ਗੁਰੂ ਸਾਹਿਬ ਕਹਿੰਦੇ ਉੱਠ ਚੱਲਿਆ, ਜਦੋਂ ਇੱਥੇ ਸਰੀਰ ਛੱਡਿਆ ਨਾ, ਹੁਣ ਬੜਾ ਪਛਤਾਇਆ। ਹੁਣ ਕਿਉਂ ਪਛਤਾਇਆ? ਭਰਿਆ ਬਸ ਜੰਦਾਰ, ਬਸ ਇੱਥੋਂ ਤੁਰ ਲੱਗਾ ਇੱਦਾਂ ਪਛਤਾਇਆ ਕਿ ਮੈਂ ਇਹ ਕਿੱਥੇ ਫਸ ਗਿਆ, ਜੰਮ ਆ ਗਏ। ਦੇਖੋ ਹੁਣ ਗੁਰੂ ਸਾਹਿਬ ਨੇ ਨਕਸ਼ਾ ਖਿੱਚਿਆ ਕਿ ਜਿਹੜਾ ਅਸਲੀ ਕੰਮ ਕਰਨ ਆਇਆ ਸੀ, ਜਿਹੜਾ ਵਾਅਦਾ ਕਰਕੇ ਆਇਆ ਸੀ, ਉਹ ਤਾਂ ਤੂੰ ਭੁੱਲੇ ਗਿਆ। ਇੱਥੇ ਆ ਕੇ ਉਹ ਤਾਂ ਭੁੱਲੇ ਗਿਆ। ਦੇਖੋ ਪਾਤਸ਼ਾਹ ਨੇ ਜਦੋਂ ਜੀਵ ਤੋਰਿਆ ਸੀ, ਉਹਨੂੰ ਸਿਮਰਨ ਦੇ ਕੇ ਤੋਰਿਆ ਸੀ। ਆਪਾਂ ਕਹਿੰਦੇ ਮਾਤ ਗਰਮ ਮੇ ਆਪਨ ਸਿਮਰਨ ਦੇ ਤੈ ਤੁਮ ਰਾਖਣ ਹਾਰੇ। ਪਰ ਜਦੋਂ ਹੀ ਉਹ ਬਾਹਰ ਆਇਆ ਇੱਥੇ,
ਲਿਵ ਛੁਟਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾ। ਜਦੋਂ ਉਹਦੀ ਸੁਰਤੀ ਟੁੱਟੀ, ਸਾਰਾ ਦੇਖਿਆ ਸਾਰਾ ਮਾਇਆ ਹੀ ਮਾਇਆ, ਸਾਰੇ ਪਾਸੇ ਮਾਇਆ 'ਚ ਗੁਆਚ ਗਿਆ ਉਹ, ਇੱਥੇ ਭੁੱਲੇ ਗਿਆ ਉਹ ਰੱਬ ਨਾਲੋਂ। ਅਤੇ ਉਹ ਜਿਹੜਾ ਕੰਮ ਲਈ ਭੇਜਿਆ ਸੀ ਉਹ ਸਾਰਾ ਕੁਛ ਭੁੱਲ ਗਿਆ, ਇੱਥੇ ਉਲਝ ਗਿਆ। ਸੋ ਉਹ ਗੁਰੂ ਸਾਹਿਬ ਸਮਝਾਉਂਦੇ ਆ, ਕਹਿੰਦੇ ਉੱਠ ਚੱਲਿਆ, ਜਦੋਂ ਇੱਥੋਂ ਚੱਲਿਆ ਤੇ ਬੜਾ ਪਛਤਾਇਆ। ਕਿਉਂ? ਜੰਮ ਆ ਗਿਆ ਲੈਣ। ਤਾਂ ਹੀ ਇੱਥੇ ਗੁਰੂ ਸਾਹਿਬ ਸਮਝਾਉਂਦੇ ਆ ਕਿ ਪੁੱਤ ਨਾਮ ਜਪੀ ਜਾ, ਨਾਮ ਜਪ ਲੈ, ਤੇਰਾ ਅਸਲੀ ਕੰਮ ਇਹੀ ਆ। ਯਾਦ ਕਰ ਉਹਨੂੰ, ਯਾਦ ਕਰਦਾ ਜਾ, ਨਹੀਂ ਤਾਂ ਜੰਮਾਂ ਨੇ ਆ ਜਾਣਾ ਲੈਣ। ਹੁਣ ਅਸੀਂ ਕਹਿੰਦੇ ਜੰਮ ਕਿੱਥੇ? ਉਹ ਵੀ ਸਾਰਾ ਗੱਲ ਭੇਦ ਇੱਕ ਇੱਕ ਦਿੱਤਾ ਗੁਰੂ ਪਾਤਸ਼ਾਹ ਨੇ। ਅਮਲ ਸਰਾਨੋ ਲੇਖਾ ਦੇਣਾ, ਆਏ ਕਠਨ ਦੂਤ ਜੰਮ ਲੈਣਾ। ਕਿਆ ਤੈਂ ਖਟਿਆ ਕਹਾਂ ਗਵਾਇਆ, ਚੱਲ ਸ਼ਤਾਬ ਦੀਵਾਨ ਬੁਲਾਇਆ। ਹੁਣ ਜਿਹਦੇ ਗੁਰੂ ਸਾਹਿਬ ਨੇ ਕਿਹਾ ਨਾ ਵੀ ਜਿਸ ਕੀ ਚੀਰੀ ਦਰਗਹਿ ਪਾਟੀ ਸੋ ਮਰਨਾ ਪਾਈ, ਜਿਹਦੀ ਉਹ ਚਿੱਠੀ ਉੱਤੋਂ ਧਰਮਰਾਜ ਨੇ ਕਿਹਾ ਸਵਾਸ ਇਹਦੇ ਮੁੱਕ ਗਏ, ਲੈ ਆਓ ਇਹਨੂੰ। ਜਦੋਂ ਆ ਗਏ ਜਮਦੂਤ, ਹੁਣ ਲੈਣ ਆ ਗਏ, ਅਤੇ ਉਹਨੂੰ ਆ ਕੇ ਕਹਿੰਦੇ ਵੀ ਚੱਲ ਭਾਈ ਤੈਨੂੰ ਤਾਂ ਧਰਮਰਾਜ ਨੇ ਬੁਲਾਇਆ, ਤੇਰਾ ਹੁਣ ਸਮਾਂ ਜਿਹੜਾ ਦਿੱਤਾ ਸਮਾਂ ਸੀ ਤੇਰਾ ਉਹ ਖਤਮ ਹੋ ਗਿਆ। ਹੁਣ ਉੱਥੇ ਬੰਦਾ ਮਤਲਬ ਜਿਹੜਾ ਜੀਵ ਆ ਉੱਥੇ ਨਹੀਂ ਜਾਣ ਨੂੰ ਇੱਥੋਂ ਜਿੱਤ ਕਰਦਾ। ਉਹ ਕਹਿੰਦਾ ਵੀ ਤੁਸੀਂ ਮੈਨੂੰ ਇੱਦਾਂ ਕਰੋ, ਮੇਰਾ ਥੋੜ੍ਹਾ ਜਿਹਾ ਕੰਮ ਰਹਿੰਦਾ ਗਾਂਵ ਦਾ, ਮੈਨੂੰ ਇਹ ਕਰ ਲੈਣ ਦਿਓ। ਅਤੇ ਮੈਂ ਕਬੀਰ ਜੀ ਨੂੰ ਨਕਸ਼ਾ ਖਿੱਚਿਆ, ਉਹ ਬੜਾ ਜੋ ਦ੍ਰਿਸ਼ ਦੇਖਿਆ, ਕਬੀਰ ਜੀ ਨੇ ਕਿਹਾ ਕਿ ਇਸ ਤਰ੍ਹਾਂ ਬੰਦਾ ਕਰਨਾ ਚਾਹੁੰਦਾ। ਉਹ ਕਹਿੰਦਾ ਨਾ ਨਾ ਨਾ। ਉਹ ਜਮਦੂਤ ਕਹਿੰਦਾ ਨਹੀਂ ਇੱਦਾਂ ਨਹੀਂ ਮੰਨਦਾ, ਇਹ ਜਮ ਕਾ ਜਮ ਡੰਡ ਸਿਰ ਉੱਪਰ ਪਰਿਆ, ਤਾਂ ਸੋਬਤ ਮਨ ਜਾਗਿਆ। ਜ਼ਿਲ੍ਹੇ ਜਮਦੂਤ ਉਹ ਕਹਿੰਦਾ ਡੰਡਾ ਇਹਦੇ ਸਿਰ ਦੇ ਵਿੱਚ ਡੰਡਾ ਮਾਰ। ਜਮਦੂਤ ਜਦੋਂ ਸਿਰ 'ਚ ਡਾਂਗ ਮਾਰਦਾ ਨਾ, ਉਦੋਂ ਸੋਇਆ ਮਨ ਜਾਗਦਾ। ਇੱਥੇ ਗੁਰੂ ਸਾਹਿਬ ਤਾਂ ਹੁਣ ਕਹਿੰਦੇ ਨਾ ਵੀ ਸਿਮਰ 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 ਗੋਰੇ ਆਪਣਾ, ਸੋਆ ਮਨ ਜਗਾਏ, ਆਪਣੇ ਮਨ ਨੂੰ ਜਗਾ ਲਾ, ਮਨ ਨੂੰ ਜਗਾ ਲਾ ਸੁੱਤੇ ਪੈ ਨੂੰ, ਨਹੀਂ ਤੇ ਜਮਦੂਤਾਂ ਨੇ ਆ ਕੇ ਜਗਾ। ਹੁਣ ਜਿਹੜੀਆਂ ਗੱਲਾਂ ਲਿਖੀਆਂ ਡਰਾਉਣ ਲਈ ਨਹੀਂ ਹੈ, ਸੱਚਾਈ ਆ, ਇਹ ਸੱਚ ਹੋਣਾ ਇੱਦਾਂ ਹੀ ਆ। ਗੁਰੂ ਸਾਹਿਬ ਕਹਿੰਦੇ ਤੇ ਦੇਖੋ ਆਇਆ ਹੁਣ ਉਹ ਜਮਦੂਤ ਆ ਗਿਆ ਲੈਣ, ਅਤੇ ਉਹ ਹੁਣ ਉਹ ਸਿਰ ਦੇ ਵਿੱਚ ਉਹਨੀ ਡਾਂਗ ਮਾਰੀ। ਹੁਣ ਡਾਂਗ ਆਪਾਂ ਕਹਿੰਦੇ ਡਾਂਗ ਡੰਡਾ, ਡਾਂਗ ਮਾਰਿਆ। ਡਾਂਗ ਵੀ ਇੱਕ ਥਾਂ ਲਿਖਿਆ, ਇੱਕ ਤਾਂ ਲਿਖਿਆ ਵੀ ਸਿਰ ਦੇ ਵਿੱਚ ਉਹ ਠੈਂਗਾ ਮਾਰਦੇ, ਠੈਂਗਾ। ਉਹ ਠੈਂਗਾ ਸਾਨੂੰ ਪਹਿਲਾਂ ਪਤਾ ਨਹੀਂ ਸੀ। ਇੱਥੇ ਬੱਚੇ ਸੁਰਤੀ ਵਾਲਿਆਂ ਨੇ ਪੁੱਛਿਆ ਵੀ ਠੈਂਗਾ ਕੀ ਆ, ਗੁਰੂ ਸਾਹਿਬ ਨੂੰ ਪੁੱਛੋ। ਉਹ ਕਹਿੰਦੇ ਠੈਂਗਾ ਇੱਕ ਐਡਾ ਬੜਾ ਬੁਰਜ ਜਿਹਾ ਉਹਨਾਂ ਦੇ ਕੋਲ ਆ ਜਮਦੂਤਾਂ ਦੇ, ਉਹਨੂੰ ਸਪਾਈਕ ਲੱਗੇ ਹੋਏ ਆ। ਉਹ ਤਾਂ ਹੀ ਕਬੀਰ ਜੀ ਨੇ ਲਿਖਿਆ ਕਿ ਜਮ ਕਾ ਠੈਂਗਾ ਬੁਰਾ ਹੈ, ਉਹ ਨਾ ਸਹਿਆ ਜਾਏ। ਉਹ ਮਤਲਬ ਸਹਿਆ ਨਹੀਂ ਜਾਂਦਾ, ਉਹ ਐਸਾ ਉਹ ਲੱਗਿਆ ਹੋਇਆ ਜਿੱਥੇ ਮਾਰਦੇ ਉਹ ਧੇੜ ਸੱਟਦੇ ਆ। ਉਹ ਕਹਿੰਦੇ ਜਮਦੂਤ ਦਾ ਦੇਖੋ। ਹੁਣ ਪਾਤਸ਼ਾਹ ਕਹਿੰਦੇ ਵੀ ਇੱਥੇ ਤਾਂ ਤੂੰ, ਇੱਥੇ ਬੰਦਾ ਕਹਿੰਦਾ ਵੀ ਖਾਓ ਪੀਓ ਐਸ਼ ਕਰੋ, ਆ ਜੱਗ ਮਿੱਠਾ ਅਗਲਾ ਕਿਨੇ ਡਿੱਠਾ। ਹੁਣ ਉਹ ਪਾਤਸ਼ਾਹ ਸਾਰੇ ਅਗਲੇ ਜੱਗ ਦੀ ਗੱਲ ਕਰਦੇ ਆ, ਸੂਖਸ਼ਮ ਦੁਨੀਆ ਦੀ, ਅਦ੍ਰਿਸ਼ਟ ਦੁਨੀਆ ਦੀ ਗੱਲ ਕਰਦੇ ਆ। ਆ ਇੱਕ ਦ੍ਰਿਸ਼ਟਮਾਨ ਦੁਨੀਆ, ਇੱਕ ਅਦ੍ਰਿਸ਼ਟ ਦੁਨੀਆ, ਜਿਹਦੇ 'ਚ ਮਤਲਬ ਜੀਵ ਦਾ, ਕਿਉਂ ਜੀਵ ਨੂੰ ਗੱਲ ਸਮਝਾਈਏ ਨਾ, ਜੀਵ ਆ ਤੇਰਾ ਦੇਸ਼ ਨਹੀਂ ਹੈ, ਆ ਤੇਰਾ ਦੇਸ਼ ਨਹੀਂ ਹੈ, ਤੇਰਾ ਦੇਸ਼ ਉਹ ਨਿਰੰਕਾਰ ਦਾ ਦੇਸ਼ ਆ, ਪਰਲੋਕ ਆ। ਇੱਥੇ ਤੂੰ ਆਇਆ ਹੋਇਆ ਟੈਂਪਰੇਰੀ, ਇੱਥੇ ਆਇਆ ਹੋਇਆ। ਹੁਣ ਗੁਰੂ ਸਾਹਿਬ ਇੱਥੇ ਦੀ, ਲੋਕ ਦੀ ਅਤੇ ਪਰਲੋਕ ਦੀ ਸੋਝੀ ਸੱਚੇ ਪਾਤਸ਼ਾਹ ਦਿੰਦੇ ਆ। ਕਹਿੰਦੇ ਪੁੱਤ ਮਨਾ ਸੁਣ ਲਾ, ਇੱਥੇ ਦਾ ਸੁਣ ਲਾ ਅਤੇ ਉੱਥੇ ਦਾ ਸੁਣ ਲਾ। ਇੱਥੇ ਦਾ ਸੁਣ ਲਾ, ਜੇ ਸਮਾਂ ਗਵਾ ਕੇ ਨਾ ਜਾਈ, ਇਸ ਤਰ੍ਹਾਂ ਨਾ ਜਾਈ ਕਿ ਤੈਨੂੰ ਜਿਹੜੇ ਜਮਦੂਤ ਆ ਉਹ ਮਾਰ ਕੇ ਲੈ ਕੇ ਜਾਣ, ਉਹ ਕੁੱਟਦੇ ਲੈ ਕੇ ਜਾਣ। ਹੁਣ ਕਿਤੇ ਕਬੀਰ ਜੀ ਨੇ ਕਿਹਾ ਨਾ ਵੀ ਕਹਿੰਦੇ ਸਿਮਰ ਰਾਮ ਸਿਮਰ ਪਛਤਾਏਗਾ ਮਨ। ਹੁਣ ਦੇਖੋ ਗੱਲ ਕੀਤੀ ਆ, ਕਹਿੰਦੇ ਸਿਮਰਨ ਕਰ ਲੈ ਨਹੀਂ ਤਾਂ ਪਛਤਾਏਗਾ। ਹੁਣ ਇੱਥੇ ਵੀ ਕਿਹਾ ਨਾ ਵੀ ਜਦੋਂ ਉੱਠ ਚੱਲਿਆ ਪਛਤਾਇਆ, ਬੜਾ ਪਛਤਾਇਆ। ਹੁਣ ਸਿਮਰ ਜੀ, ਹੁਣ ਕਬੀਰ ਜੀ ਇੱਥੇ ਹੀ ਪਹਿਲਾਂ ਹੀ ਤੁਹਾਨੂੰ ਵਾਰਨਿੰਗ ਦਿੰਦੇ ਆ, ਮਨਾ ਪਛਤਾਏਗਾ, ਸਿਮਰਨ ਕਰ ਲੈ, ਸਿਮਰਨ ਕਰ ਲਾ। ਪਾਪੀ ਜੀੜਾ ਲੋਭ ਕਰਤ ਹੈ, ਆਜ ਕਾਲ ਉੱਠ ਜਾਏਗਾ। ਪਾਪੀ ਜੀੜਾ ਲੋਭ 'ਚ ਫਸਿਆ ਹੋਇਆ, ਕਹਿੰਦੇ ਲੋਭ 'ਚ ਨਾ ਇੱਥੇ ਫਸ, ਤੂੰ ਸਿਮਰਨ ਕਰ ਲੈ। ਅੱਜ ਕੱਲ੍ਹ ਇੱਥੋਂ ਚਲੇ ਜਾਣਾ, ਆਪਾਂ ਇੱਥੋਂ ਚਲੇ ਜਾਣਾ
ਤੇ ਉਹ ਵਾਰਨਿੰਗ ਦੇ ਰਹੇ ਆ। ਕਹਿੰਦੇ ਧਨ ਜੋ ਬਨ ਕਾ ਗਰਭ ਨਾ ਕੀਜੈ, ਕਾਗਜ਼ ਜਿਉਂ ਗਲ ਜਾਏਗਾ। ਕਾਗਜ਼ ਗਲਦਾ ਦੇਖਿਆ, ਦੋ ਕੁ ਬੂੰਦਾਂ ਪਾਣੀ ਦੇ ਪੈ ਜਾਣ ਇਸ ਤਰ੍ਹਾਂ ਹੀ ਗਲ ਜਾਂਦਾ, ਉਹ ਇਹ ਚੀਜ਼ ਖਤਮ ਹੋ ਜਾਂਦੀ। ਧਨ ਹੋਇਆ ਜੋਬਨ ਹੋਇਆ, ਇਹਦਾ ਤੂੰ ਗਰਭ ਮਾਣ ਨਾ ਕਰੀ। ਕਹਿੰਦੇ ਜਬ ਜਮ ਆਏ ਕੇਸ ਗਏ ਪਟ ਕੇ, ਤਾਂ ਦਿਨ ਕਿਛ ਨਾ ਵਸਾਏਗਾ। ਜਦੋਂ ਜਮਦੂਤ ਆ ਗਿਆ ਨਾ, ਕੇਸਾਂ ਤੋਂ ਫੜ ਲਿਆ ਉਹਨੇ, ਪਟਕਾ ਕੇ ਮਾਰਿਆ, ਉਸ ਦਿਨ ਤਾਂ ਦਿਨ ਕੁਛ ਨਾ ਵਸਾ, ਤੇਰਾ ਕੋਈ ਉਹਨਾਂ ਦੇ ਅੱਗੇ ਬਸ ਨਹੀਂ ਚੱਲੇਗਾ। ਕਿਉਂ? ਕਹਿੰਦੇ ਸਿਮਰਨ ਭਜਨ ਦਇਆ ਨਹੀਂ ਕੀਨੀ, ਤਾਂ ਮੁਖ ਝੋਟਾਂ ਖਾਏਗਾ। ਸਿਮਰਨ ਨਹੀਂ ਕੀਤਾ, ਭਜਨ ਬੰਦਗੀ ਕੀਤੀ ਨਹੀਂ, ਤਾਂ ਮੂੰਹ ਤੇ ਤੇਰੇ ਚੋਟਾਂ ਪੈਣਗੀਆਂ। ਧਰਮ ਰਾਏ ਜਬ ਲੇਖਾ ਮੰਗੈ, ਕਿਆ ਮੁਖ ਲੈ ਕੇ ਜਾਏਗਾ। ਹੁਣ ਅੱਗੇ ਕਹਿੰਦੇ ਜਦੋਂ ਧਰਮਰਾਜ ਨੇ ਮੂਹਰੇ ਲੇਖਾ ਮੰਗਿਆ, ਕੀ ਮੁੱਖ ਲੈ ਕੇ ਜਾਏਗਾ। ਹੁਣ ਇਹ ਗੁਰੂ ਸਾਹਿਬ ਨੇ ਸਾਰਾ ਭੇਦ ਦਿੱਤਾ ਕਿ ਭਾਈ ਐਦਾਂ ਧਰਮਰਾਜ ਨੇ ਅੱਗੇ ਲੇਖਾ ਮੰਗਣਾ, ਅੱਗੇ ਤੂੰ ਪਛਤਾਏਂਗਾ। ਪਹਿਲੇ ਤਾਂ ਜਮਾਂ ਨੂੰ ਦੇਖ ਕੇ ਪਛਤਾਏਂਗਾ ਕਿ ਆਹ ਕੀ ਹੋ ਗਿਆ, ਉਦੋਂ ਪਤਾ ਲੱਗੇ ਮੈਂ ਕੀ ਕਰਨ ਆਇਆ ਸੀ। ਕਹਿੰਦੇ ਉਦੋਂ ਤੈਨੂੰ ਸਮਝ ਆਏਗੀ ਅਸਲੀ ਮੇਰਾ ਕੰਮ ਕੀ ਸੀ। ਤੇ ਹੁਣ ਗੁਰੂ ਸਾਹਿਬ ਸਮਝਾਉਂਦੇ, ਕਹਿੰਦੇ ਅੰਧੇ ਤੂੰ ਬੈਠਾ ਕੰਧੀ ਪਾਹੇ। ਇੰਨੀਆਂ ਗੱਲਾਂ ਸਮਝਾ ਕੇ ਗੁਰੂ ਸਾਹਿਬ ਕਹਿੰਦਾ ਉਹ ਮਨ ਆਨਿਆ, ਤੂੰ ਹਜੇ ਵੀ ਜਿਵੇਂ ਦਰਖਤ ਦਰਿਆ ਦੇ ਕੰਢੇ 'ਤੇ ਲੱਗਾ ਹੁੰਦਾ ਨਾ, ਕਿਨਾਰੇ 'ਤੇ ਹੁੰਦਾ ਵੀ ਹੁਣ ਵੀ ਗਿਆ, ਹੁਣ ਵੀ ਡਿੱਗਿਆ ਨਦੀ 'ਚ, ਹੁਣ ਵੀ ਰੁੜਿਆ, ਤੂੰ ਵੀ ਕਹਿੰਦੇ ਬਸ ਇਸ ਤਰ੍ਹਾਂ ਕੰਧੀ ਬੈਠਾ ਕੰਧੀ ਪਾਏ। ਹੁਣ ਆਪਾਂ ਵੀ ਦੇਖੋ ਐਨ ਕੰਢੇ 'ਤੇ ਹੀ ਆ, ਪਤਾ ਨਹੀਂ 5 ਸਾਲ ਆ, ਪਤਾ ਨਹੀਂ 10 ਸਾਲ ਆ, ਪਤਾ ਨਹੀਂ ਕੀ ਰਹਿ ਗਈ ਆ ਉਮਰ, ਬਸ ਐਨ ਕੰਢੇ 'ਤੇ ਬੈਠੇ ਆ ਕਹਿ ਤੇ ਐਂ ਉਹ ਨਕਸ਼ਾ ਖਿੱਚਿਆ। ਕਹਿੰਦੇ ਵੀ ਤੂੰ ਜਿੱਦਾਂ ਇੱਕ ਫਰੀਦ ਜੀ ਨੇ ਵੀ ਨਕਸ਼ਾ ਖਿੱਚਿਆ ਸੀ, ਉਹ ਫਰੀਦ ਜੀ ਕਹਿੰਦਾ ਜਿਵੇਂ ਦਰਿਆ ਹੈ, ਅਗਲਾ ਖਿੱਚਿਆ ਵੀ ਜਿਵੇਂ ਦਰਿਆ ਨੂੰ ਢਾਹਾ ਲੱਗਦਾ ਜਾਂਦਾ ਨਾ, ਐਸੇ ਤਰ੍ਹਾਂ ਫਰੀਦਾ ਮੋਤੇ ਕਾ ਬੰਨਾ ਇਵੇਂ ਦਿਸੇ, ਜਿਉਂ ਦਰਿਆ ਵੈ ਢਾਹਾ। ਅੱਗੇ ਦੋਜਕ ਤਪਿਆ ਸੁਣੀਏ, ਭੂਲ ਪਵੇ ਕਹਾਹਾ। ਕਹਿੰਦੇ ਐਦਾਂ ਨਦੀ 'ਚ ਐਦਾਂ ਡਿੱਗਦੇ ਜਾਂਦੇ ਆ, ਮਤਲਬ ਐਦਾਂ ਨਦੀ 'ਚ ਸਿੱਟਿਆ ਜਾਂਦਾ ਉਹਨਾਂ ਨੂੰ, ਜਿੱਦਾਂ ਦਰਿਆ ਦੇ ਕੰਢਾ ਢਹਿੰਦਾ ਜਾਂਦਾ ਅਤੇ ਉਹ 'ਚ ਡਿੱਗੀ ਜਾਂਦੇ ਆ, ਇੱਦਾਂ ਦਰਿਆ ਵਗਦਾ ਅਤੇ ਅੱਗੇ ਹਾਏ 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 ਹੋ ਦੋਜਕ ਦਾ ਨਕਸ਼ਾ ਖਿੱਚੀਏ। ਅੱਗੇ ਦੋਜਕ ਤਪਿਆ ਸੁਣੀਏ, ਇੰਨਾ ਤਪਾਇਆ ਹੋਇਆ, ਇੰਨਾ ਅੱਗੇ ਦੋਜਕ ਤਪਿਆ ਸੁਣੀਏ, ਹੂਲ ਪਵੇ ਕਹਾਹਾ। ਇੱਕ ਨਾ ਨੂੰ ਸਭ ਸੋਝੀ ਆਈ, ਇੱਕ ਨਾ ਨੂੰ ਤਾਂ ਸਮਝ ਆ ਗਈ ਆ ਕਿ ਮੈਨੂੰ ਵਾਹਿਗੁਰੂ ਬਚਾ ਲਾ, ਇਸ ਨਰਕ ਤੋਂ ਬਚਾ ਲਾ, ਦੋਜਕ ਤੋਂ ਬਚਾ ਲਾ। ਇੱਕ ਫਿਰਦੇ ਬੇਪਰਵਾਹ, ਇੱਕ ਹਜੇ ਵੀ ਬੇਪਰਵਾਹ ਤੁਰੇ ਫਿਰਦੇ ਆ। ਅਮਲ ਜੇ ਕੀਤੇ ਦੁਨੀ ਵਿੱਚ, ਸੇ ਦਰ ਗਏ ਅਗਾਹ। ਜਿਹੜੇ ਅਮਲ ਆ ਨਾ, ਆਹ ਅਮਲ ਗੁਰੂ ਸਾਹਿਬ ਕਰਨੇ ਨੂੰ ਕਹਿੰਦੇ ਆ ਕਿ ਭਾਈ ਤੂੰ ਆਹ ਅਮਲਾਂ 'ਤੇ ਪਹਿਰਾ ਦੇ, ਇਹ ਤੇਰੇ ਅਗਾਹ ਅੱਗੇ ਤੇਰੇ ਦਰਗਾਹ ਦੇ ਵਿੱਚ ਅੱਗੇ ਅਗਾਹ ਹੋਵੇ। ਹੁਣ ਗੁਰੂ ਸਾਹਿਬ ਦੇਖੋ ਕੀ ਕਹਿੰਦੇ, ਕਹਿੰਦੇ ਜੇ ਹੋਵੇ ਪੂਰਬ ਲਿਖਿਆ, ਤਾਂ ਗੁਰ ਕਾ ਬਚਨ ਕਮਾਏ। ਪਰ ਕਹਿੰਦੇ ਜੇ ਪੂਰਬਲੇ ਕਰਮਾਂ ਦੀ ਭਗਤੀ ਹੋਵੇ ਨਾ, ਤੇ ਗੁਰੂ ਸਾਹਿਬ ਦਾ ਬਣ ਕੇ ਗੁਰੂ ਸਾਹਿਬ ਦੇ ਬਚਨ ਜੀਵ ਕਮਾਵੇ। ਉਹ ਮਨ ਗੁਰੂ ਪਾਤਸ਼ਾਹ ਦੇ ਬਚਨਾਂ ਦੀ ਕਮਾਈ ਕਰੇਗਾ, ਤਾਂ ਕਿ ਆਤਮਿਕ ਮੌਤ ਤੋਂ ਬਚ ਜਾਏਗਾ, ਗੁਰੂ ਸਾਹਿਬ ਦੇ ਅਨੁਸਾਰ ਆਪਣਾ ਜੀਵਨ ਕਮਾਏਗਾ ਅਤੇ ਬਚ ਜਾਏਗਾ। ਹੁਣ ਦੇਖੋ ਗੁਰੂ ਸਾਹਿਬ ਹੋਰ ਗੱਲ ਕਹਿੰਦੇ, ਇੱਕ ਕਹਿੰਦੇ ਹਰੀ ਨਾਹੀ ਡੱਡਰੀ, ਪੱਕੀ ਵੱਢਣਹਾਰ। ਹੁਣ ਜਿਵੇਂ ਐਗਜਾਮਪਲ ਦਿੱਤੀ ਆ, ਕਿਸਾਨ ਜੇ ਹੁਕਮ ਕਰ ਦੇਵੇ ਵੀ ਜਿਹੜੇ ਵਾਢੇ ਹੁੰਦੇ, ਲਾਵੇ ਹੁੰਦੇ ਨਾ, ਜਾਓ ਫਸਲ ਵੱਢ ਲਿਆਓ, ਉਹ ਉਹਨਾਂ ਦਾ ਕੋਈ ਮੋਹਰੇ ਕੁਐਸਚਨ ਨਹੀਂ ਹੁੰਦਾ ਜੀ ਇਹ ਤਾਂ ਹਜੇ ਹਰੀ ਪਈ ਆ, ਇਹ ਤਾਂ ਹਜੇ ਛੋਟੀ ਆ। ਨਹੀਂ, ਕਿਸਾਨ ਨੇ ਆਰਡਰ ਕਰਤਾ ਨਾ ਵੱਢ ਲਿਆਓ, ਵੱਢ ਲਿਆ, ਲਾਵੇ ਇਸ ਤਰ੍ਹਾਂ ਪਹੁੰਚ ਜਾਂਦੇ ਆ। ਉਹ ਐਸੇ ਤਰ੍ਹਾਂ ਕਹਿੰਦੇ ਜਦੋਂ ਧਰਮਰਾਜ ਆਰਡਰ ਕਰ ਦਿੰਦਾ ਨਾ ਵੀ ਜਾ ਕੇ ਤੁਸੀਂ ਆਹ ਵੱਢ ਲਿਆਓ ਇਹਦੀ ਫਸਲ, ਇਹਦੀ ਜੋ ਕਮਾਈ ਕੀਤੀ ਇਹਨੇ ਵੱਢ ਕੇ ਲੈ ਆਓ ਇਹ। ਅਤੇ ਉਹ ਦੇਖੋ ਉਹੀ ਗੱਲ ਕੀਤੀ ਆ, ਹਰੀ ਨਾਹੀ ਡੱਡਰੀ। ਖੇਤੀ ਦੇਖੋ ਪੱਕੀ ਆ ਚਾਹੇ ਡੱਡਰੀ, ਉਹਨੂੰ ਦਾਣੇ ਪਏ ਆ, ਚਾਹੇ ਕੱਚੀ ਆ ਜਾਂ ਪੱਕੀ ਆ, ਉਹ ਲੈ ਦਾਤ ਪਹੁੰਚਿਆ, ਲਾਵੇ ਕਰ ਤਿਆਰ। ਲੈ ਦਾਤ ਪਹੁੰਚਿਆ, ਉਹ ਜਿਹੜੇ ਵੱਢਣ ਵਾਲੇ ਆ
ਲਾਵੇ ਆ ਉਹ ਆਪਣੇ ਦਾਤ ਲੈ ਕੇ ਪਹੁੰਚ ਜਾਂਦੇ ਆ ਵੱਢਣ ਲਈ। ਹੁਣ ਇਸੇ ਤਰ੍ਹਾਂ ਉਹ ਐਗਜ਼ਾਮਪਲ ਦਿੱਤੀ ਆ ਵੀ ਜਮਦੂਤ ਆ ਖੜਕਦਾ ਆ ਜਾਂਦੇ ਆ। ਜਾਂ ਹੋਆ ਹੁਕਮ ਕਰਸਾਨ ਦਾ ਤਾਂ ਲੁਣ ਮਿਣਿਆ ਖੇਤਾਰ। ਜਦੋਂ ਹੀ ਕਹਿੰਦੇ ਜਿੱਦਾਂ ਖੇਤ ਦੇ ਮਾਲਕ ਦਾ ਹੁਕਮ ਹੋ ਜਾਂਦਾ ਤੇ ਉਸੇ ਤਰ੍ਹਾਂ ਉਹ ਖੇਤ ਨੂੰ ਲੁਣ ਮਿਣ ਵੱਢ ਕੇ ਕੀ ਕਮਾਈ ਕੀਤੀ। ਜਾਂ ਐਸੇ ਤਰ੍ਹਾਂ ਜੀਵ ਨੂੰ ਚਾਹੇ ਉਹ ਬਾਲ ਉਮਰ ਦਾ, ਚਾਹੇ ਜਵਾਨ ਆ, ਚਾਹੇ ਬੁੱਢਾ, ਬਾਰੇ ਬੁੱਢੇ ਤਰਨੇ ਭਈਆ ਸਭ ਕੋ ਜੰਮ ਲੈ ਜਾਈ ਹੈ ਰੇ। ਸਾਰਾ ਗੁਰੂ ਪਾਤਸ਼ਾਹ ਨੇ ਦੱਸਿਆ ਹੋਇਆ ਵੀ ਇਹਦੇ 'ਚ ਇਹ ਨਹੀਂ ਹੈ ਵੀ ਉਹਦੀ ਅਸੀਂ ਕਹਿੰਦੇ ਵੀ ਉਹ ਛੋਟਾ ਜਿਹਾ ਉਹਦਾ ਕੀ ਕਸੂਰ ਸੀ ਉਹਨੂੰ ਲੈ ਗਿਆ, ਨਹੀਂ, ਲਿਖਾ ਕੇ ਇੰਨੀ ਲੈ ਕੇ ਆਇਆ ਸੀ। ਉਹ ਵੱਡਾ ਸੀ ਉਹ ਬਸ। ਹੁਣ ਇਸੇ ਗੱਲ ਕਰਕੇ ਗੁਰੂ ਪਾਤਸ਼ਾਹ ਕਹਿੰਦੇ ਪਤਾ ਨਹੀਂ ਜਿਹੜਾ ਲਿਖਾਇਆ ਲਿਖਿਆ ਤੁਸੀਂ ਆਪ ਹੀ ਲਿਖਿਆ ਹੋਇਆ, ਪਰ ਪਤਾ ਨਹੀਂ ਇਹ ਗੱਲ ਸੂਖਸ਼ਮ ਰੱਖੀ ਹੋਈ ਆ। ਇਹ ਕਿਸੇ ਬੰਦੇ ਬੰਦਗੀ ਵਾਲੇ ਨੂੰ ਜਾਂ ਭਗਤੀ ਵਾਲੇ ਨੂੰ ਪਤਾ ਲੱਗ ਸਕਦਾ, ਉਹ ਦੁਨੀਆ ਨੂੰ ਪਤਾ ਨਹੀਂ ਹੈ ਵੀ ਕਦੋਂ ਇਹ ਆਪਣਾ ਜਿਹੜਾ ਟਾਈਮ ਆ ਸਮਾਂ ਮੁੱਕ ਜਾਣਾ। ਸਮਾਂ ਬਹੁਤ ਥੋੜ੍ਹਾ ਤੂੰ ਇਹਦੇ ਵਿੱਚ। ਹੁਣ ਉਹ ਕਹਿੰਦੇ ਨਾ ਵੀ ਤੂੰ ਕਿਆ ਤੈਂ ਖਟਿਆ ਕਹਾਂ ਗਵਾਇਆ, ਚੱਲ ਸ਼ਤਾਬ ਦੀਵਾਨ ਬੁਲਾਇਆ। ਜਮਦੂਤ ਕਹਿੰਦਾ ਤੂੰ ਸਵਾਸਾਂ ਨਾਲ ਕੀ ਕਮਾਈ ਕੀਤੀ ਤੇ ਕੀ ਗਵਾਇਆ, ਤੂੰ ਕਿੱਥੇ ਸਵਾਸ ਗਵਾਤੇ? ਸਾਰੇ ਤੈਨੂੰ ਇਹ ਮਿਲੇ ਸੀ ਨਾ, ਗੁਰੂ ਲਈ ਲਾਏ ਆ, ਸਿਮਰਨ ਲਈ ਲਾਏ ਆ, ਜਾਂ ਮਾਇਆ ਲਈ ਖਰਚ ਕਰਕੇ ਆ ਗਿਆ, ਗਵਾ ਕੇ ਆ ਗਿਆ, ਸਾਰੇ ਵੇਸਟ ਕਰਕੇ ਆ ਗਿਆ। ਇਹਦਾ ਹਿਸਾਬ ਕਿਤਾਬ ਦੇ ਜਾ ਕੇ। ਤੇ ਉਹ ਸਾਰੇ ਜਾਂ ਦੇਖੋ ਕਹਿੰਦੇ ਹੋਇਆ ਕਿ ਪਹਿਲਾ ਪੈਰ ਧੰਦੇ ਗਿਆ, ਦੂਜੇ ਭਰ ਸੋਇਆ। ਹੁਣ ਜੀਵ ਕਹਿੰਦੇ ਸਾਰੀ ਸਟੋਰੀ ਲਿਖੀ ਹੈ ਪਾਤਸ਼ਾਹ ਨੇ ਕਿ ਜੀਵ ਇਸ ਤਰ੍ਹਾਂ ਆਉਂਦਾ, ਰੱਬ ਨੂੰ ਭੁੱਲਿਆ ਹੋਇਆ, ਇਸ ਤਰ੍ਹਾਂ ਸਮਾਂ ਆਪਣਾ ਬਤੀਤ ਕਰਦਾ। ਪਹਿਲੇ ਪੈਰ ਦੇ ਵਿੱਚ ਮਨੁੱਖ ਉਹ ਸਾਰੇ ਧੰਦਿਆਂ ਦੇ ਵਿੱਚ ਬਿਤਾ ਦਿੰਦਾ, ਦੂਜੇ ਪੈਰ ਨੀਂਦ ਮੋਹ ਦੀ ਨੀਂਦ 'ਚ ਵੱਜ ਕੇ ਸੁੱਤਾ ਪਿਆ ਰਹਿੰਦਾ, ਤੀਜੇ ਝੱਖ ਝਖਾਇਆ, ਤੀਜੇ 'ਚ ਵਿਛੇ ਵਿਕਾਰ ਭੋਗਦਾ ਰਹਿੰਦਾ, ਚੌਥੇ ਆਖਰ ਦਿਨ ਚੜ੍ਹ ਜਾਂਦਾ। ਮਤਲਬ ਬੁਢਾਪਾ ਨੇੜੇ ਆ ਗਿਆ, ਮੌਤ ਦਾ ਦਿਨ ਆ ਗਿਆ। ਹੁਣ ਕਹਿੰਦੇ ਕਦ ਹੀ ਚਿੱਤ ਨਾ ਆਇਓ ਜਿਨ ਜੀਓ ਪਿੰਡ ਦਿਆ। ਹੁਣ ਉਹ ਜੀਵ ਨੂੰ ਕਹਿੰਦੇ ਉਸ ਮਨ ਨੂੰ ਕਦੇ ਇਹ ਚਿੱਤ ਹੀ ਨਹੀਂ ਆਇਆ ਵੀ ਮੈਨੂੰ ਤਾਂ ਸਰੀਰ ਦਿੱਤਾ ਸੀ, ਮੈਨੂੰ ਜੀਵ ਆਤਮਾ ਦਿੱਤੀ ਸੀ, ਮੈਂ ਤੇ ਉਹ ਰੱਬ ਦਾ ਪੁੱਤ ਸੀ। ਭੁੱਲਾ ਹੀ ਰਹਿ ਗਿਆ, ਮਾਇਆ ਲਈ ਕੰਮ ਕਰੀ ਗਿਆ। ਬਸ ਇੱਥੇ ਮਾਇਆ ਦੇ ਭੁਲੇਖੇ ਦੇ ਵਿੱਚ ਮਾਇਆ ਨੇ, ਕਿਉਂਕਿ ਮਾਇਆ ਕਹਿੰਦੀ ਇਹ ਤੇਰਾ ਕੋਈ ਪਿਓ ਨਹੀਂ, ਤੇਰਾ ਕੋਈ ਘਰ ਨਹੀਂ ਹੈ, ਤੂੰ ਅੱਗੇ ਕਿਤੇ ਨਹੀਂ ਜਾਣਾ। ਇਹ 2-3 ਪੁਆਇੰਟ ਐਸੇ ਮਨ ਦੇ ਵਿੱਚ ਪੱਕੇ ਕਰ ਦਿੰਦੀ ਆ। ਬਸ ਜਿਹੜਾ ਮਨ ਆ ਇੱਥੇ ਗੁਆਚ ਜਾਂਦਾ, ਬਸ ਇੱਥੇ ਮਾਇਆ ਦੀ ਘੁੰਮਣ ਘੇਰੀ 'ਚ ਫਸ ਜਾਂਦਾ। ਹੁਣ ਉਹ ਕਹਿੰਦੇ ਦੇਖੋ ਇੱਥੇ ਫਸ ਗਿਆ, ਕਹਿੰਦੇ ਭਈ ਪਤਾ ਹੀ ਨਹੀਂ ਲੱਗਿਆ ਕਿ ਵਾਹਿਗੁਰੂ ਨੇ ਸਰੀਰ ਦਿੱਤਾ ਸੀ, ਕਦੇ ਉਹਨੂੰ ਚੇਤਾ ਹੀ ਨਹੀਂ ਕੀਤਾ, ਕਦੇ ਯਾਦ ਹੀ ਨਹੀਂ ਕੀਤਾ। ਪਰ ਜੇ ਵਾਹਿਗੁਰੂ ਕਿਤੇ ਉਹ ਪੂਰਬਲੇ ਕਰਮਾਂ ਦਾ ਕਿਹਾ ਨਾ ਵੀ ਜੇ ਪੂਰਬਲੇ ਕਰਮਾਂ 'ਚ ਗੁਰ ਕਾ ਸ਼ਬਦ ਕਮਾਏ, ਜੇ ਗੁਰੂ ਸਾਹਿਬ ਦੇ ਪੂਰਬਲੇ ਕਰਮਾਂ ਦਾ ਬਖਸ਼ਿਸ਼ ਹੋ ਜਾਏ ਤੇ ਗੁਰੂ ਸਾਹਿਬ ਕੀ ਕਰਦੇ ਆ ਉਹ ਜੀਵ ਨੂੰ? ਸਾਧ ਸੰਗਤ ਕੋ ਵਾਰਿਆ ਜਿਉ ਕੀਆ ਕਰਵਾਨ। ਮੈਂ ਦੇਖੋ ਕਹਿੰਦੇ ਸਾਧ ਸੰਗਤ ਤੋਂ ਸਦਕੇ ਜਾਨਾ, ਸਾਧ ਸੰਗਤ ਤੋਂ ਆਪਣੀ ਜਿੰਦ ਕੁਰਬਾਨ ਕਰਦਾ। ਕਿਉਂ? ਕਹਿੰਦੇ ਜਿਸ ਤੇ ਸੋਝੀ ਮਨ ਪਈ ਮਿਲਿਆ ਪੁਰਖ ਸਜਾਨ। ਸਾਧ ਸੰਗਤ ਦੇ ਵਿੱਚ ਆ ਕੇ ਮਨ ਨੂੰ ਸਿਮਰਨ ਦੀ ਸੂਝ ਪਈ, ਅੰਮ੍ਰਿਤ ਦੀ ਸੋਝੀ ਆਈ, ਉਹਨੂੰ ਆਪਣੇ ਜੀਵਨ ਦੀ ਸੋਝੀ ਆਈ, ਅਗਲੀ ਦੁਨੀਆ ਦੀ ਸੋਝੀ ਆਈ, ਸਾਰੀ ਆਪਣੇ ਆਪ ਨੂੰ ਜਾਣਨ ਦੀ, ਵਾਹਿਗੁਰੂ ਨੂੰ ਮਿਲਣ ਦੀ ਸੋਝੀ ਆਈ। ਦੇਖੋ ਸਾਧ ਸੰਗਤ ਤੋਂ ਮਤਲਬ ਗੁਰੂ ਸਾਹਿਬ ਨੇ ਕਿਹਾ ਕਿ ਸਾਧ ਸੰਗਤ ਤੋਂ ਮੈਂ ਕੁਰਬਾਨ ਜਾਨਾ, ਜਿੱਥੇ ਗੁਰੂ ਪਾਤਸ਼ਾਹ ਤੁਸੀਂ ਲੈ ਕੇ ਆਏ ਆ, ਜਿੱਥੇ ਮੇਰਾ ਤਾਂ ਜੀਵਨ ਹੀ ਉਲਟ ਸੀਗਾ, ਬਹੁਤ ਦੂਰ ਸੀ, ਕਰੈਤਾਂ ਕਰਦਾ ਸੀ, ਡਿੱਗਿਆ ਸੀ, ਖਾਂਦਾ ਸੀ, ਪੀਂਦਾ ਸੀ, ਗੁਆਚਾ ਸੀ। ਤੇ ਜ਼ਿਲ੍ਹੇ ਗੁਰੂ ਸਾਹਿਬ ਫਿਰ ਦੇਖੋ ਬਾਣੀ ਦੀ ਵਿਚਾਰਨਾ ਹੀ ਸਾਨੂੰ ਇੱਥੇ ਪਹਿਲੇ ਪੁਆਇੰਟ 'ਤੇ ਲਿਜਾ ਖੜਾ ਕਰ ਦਿੰਦੇ ਨਾ, ਮਨ ਜ਼ੀਰੋ ਹੋ ਜਾਂਦਾ ਵੀ ਸੱਚੇ ਪਾਤਸ਼ਾਹ ਤੂੰ ਬੜੀ ਕਿਰਪਾ ਕੀਤੀ, ਮੈਂ ਤਾਂ ਜੀਵਨ ਇਹੋ ਜਿਹਾ ਗੁਆਚ ਜਾਣਾ ਸੀ, ਇਹੋ ਜਿਹਾ ਗੁਜ਼ਾਰ ਕੇ ਚਲੇ ਜਾਣਾ ਸੀ, ਪਰ ਤੁਸੀਂ ਕਿਰਪਾ ਕੀਤੀ, ਮੇਰੇ 'ਤੇ ਬਖਸ਼ਿਸ਼ ਕੀਤੀ,
ਮੈਨੂੰ ਸੰਗਤ ਮਿਲਾਈ ਗੁਰੂ ਪਾਤਸ਼ਾਹ, ਸੰਗਤ ਮਿਲਾਈ ਗੁਰੂ ਪਾਤਸ਼ਾਹ। ਜਦੋਂ ਪਹਿਲਾਂ ਸੰਗਤ 'ਚ ਆਏ ਨਾ, ਬੜਾ ਹੀ ਆਨੰਦ, ਬੜੀਆਂ ਗੱਲਾਂ ਜੀਆਂ ਪਿਆਰੀਆਂ ਸਾਰੀਆਂ, ਅਗਲੀ ਦੁਨੀਆ ਸੁਣਿਆ ਹੀ ਨਹੀਂ ਸੀ ਕਦੇ, ਅਗਲੀ ਗੱਲ ਨੂੰ ਤਾਂ ਸੁਣਿਆ ਹੀ ਨਹੀਂ ਸੀ ਕਦੇ ਵੀ ਪਾਤਸ਼ਾਹ ਦੀਆਂ ਗੱਲਾਂ ਇੱਦਾਂ ਵੀ ਹੁੰਦੀਆਂ। ਸੱਚਖੰਡ ਦੀ ਗੱਲ ਨਹੀਂ ਸੀ ਸੁਣੀ। ਜਦੋਂ ਸੰਗਤ ਦੇ ਵਿੱਚ ਆਏ ਆ ਤੇ ਖੇੜੀ ਬਦਲ ਗਈ, ਸਾਰੀ ਖੇੜੀ ਬਦਲ ਗਈ ਗੁਰੂ ਪਾਤਸ਼ਾਹ। ਉਹੀ ਗੁਰੂ ਪਾਤਸ਼ਾਹ ਸਾਨੂੰ ਸਮਝਾਉਂਦੇ ਆ, ਜਿਸ ਤੇ ਸੋਝੀ ਸਭ ਪਈ ਮਿਲਿਆ ਪੁਰਖ ਸਜਾਣ। ਸਾਨੂੰ ਸਤਿਗੁਰੂ ਬਾਬਾ ਨਾਨਕ ਬਾਬਾ ਪਾਤਸ਼ਾਹ ਮਿਲ ਗਿਆ ਤਾਂ ਕਿ ਸੋਝੀ, ਸਾਨੂੰ ਸੋਝੀ ਪੈ ਗਈ, ਅਸੀਂ ਗੁਰੂ ਵਾਲੇ ਬਣ ਗਏ। ਗੁਰੂ ਵਾਲਾ ਬਣ ਜਾ ਤੇ ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ, ਸਾਨੂੰ ਆਪਣੇ ਪੁੱਤਰ ਬਣਾ ਲਿਆ, ਆਪਣੀ ਬਖਸ਼ਿਸ਼ ਕਰ ਦਿੱਤੀ ਗੁਰੂ ਪਾਤਸ਼ਾਹ ਨੇ। ਸਾਡੇ ਤੇ ਨਜ਼ਰ ਕੀਤੀ ਆ, ਕਹਿ ਲਓ ਕਿ ਨਜ਼ਰ ਕੀਤੀ ਆ। ਨਾਨਕ ਡਿਠਾ ਸਦਾ ਨਾਲ, ਹਰ ਅੰਤਰ ਜਾਮੀ ਜਾਣ। ਹੁਣ ਗੁਰੂ ਸਾਹਿਬ ਨੇ ਸਾਰੀਆਂ ਗੱਲਾਂ ਪਹਿਲੀਆਂ ਸਮਝਾ ਕੇ, ਹੁਣ ਦੀ ਗੱਲ ਬਾਅਦ 'ਚ ਗੁਰਮੁਖ ਦੀ ਗੱਲ ਸਮਝਾ ਦਿੱਤੀ। ਪਹਿਲਾਂ ਕਿਹਾ ਕਿ ਜੀਵਨ ਇੱਦਾਂ ਅਜਾਈਂ ਚਲਾ ਜਾਂਦਾ, ਅਜਾਈਂ ਚਲਾ ਜਾਂਦਾ, ਕਹਿ ਲਓ ਵੀ ਅਜਾਈਂ ਚਲਾ ਜਾਂਦਾ, ਪਰ ਉਹਦਾ ਜੀਵਨ ਦਾ ਸੋਝੀ ਨਹੀਂ ਪੈਂਦੀ ਹੈਗੀ ਵੀ ਮੈਂ ਛੋਟੇ ਨੂੰ ਚਲ ਜਾਣਾ, ਵੱਡੇ ਨੂੰ ਚਲ ਜਾਣਾ। ਪਰ ਗੁਰੂ ਪਾਤਸ਼ਾਹ ਦੀ ਸੰਗਤ 'ਚ ਆ ਕੇ ਮੈਂ ਸੰਗਤ ਤੋਂ ਕਹਿੰਦੇ ਆਪਣੇ ਆਪ ਨੂੰ ਕੁਰਬਾਨ ਕਰਦਾ ਕਿ ਪਾਤਸ਼ਾਹ ਤੁਸੀਂ ਬੜੀ ਬਖਸ਼ਿਸ਼ ਕੀਤੀ, ਮੈਨੂੰ ਸੰਗਤ 'ਚ ਬਿਠਾ ਕੇ ਸਮਝਾਇਆ, ਮੇਰੇ ਜੀਵਨ ਬਾਰੇ ਸਮਝਾਇਆ, ਮੈਨੂੰ ਸੋਝੀ ਦਿੱਤੀ, ਅੰਮ੍ਰਿਤ ਬਾਰੇ ਸਮਝਾਇਆ, ਸਿਮਰਨ ਬਾਰੇ ਸਮਝਾਇਆ, ਸੁਰਤੀ ਬਾਰੇ ਸਮਝਾਇਆ, ਮਿਲਾਪ ਬਾਰੇ ਸਮਝਾਇਆ। ਤੇ ਮੈਨੂੰ ਹੁਣ ਐਵੇਂ ਲੱਗਿਆ ਕਿ ਨਾਨਕ ਡਿਠਾ ਸਦਾ ਨਾਲ, ਉਹ ਅੰਤਰਜਾਮੀ ਵਾਹਿਗੁਰੂ, ਅੰਤਰਜਾਮੀ ਜਾਣ, ਉਹ ਅੰਤਰਜਾਮੀ ਵਾਹਿਗੁਰੂ ਸਾਧ ਸੰਗਤ ਦੀ ਕਿਰਪਾ ਨਾਲ ਮੈਨੂੰ ਐ ਲੱਗਿਆ ਵੀ ਅੰਗ ਸੰਗੀ ਆ, ਮੇਰੇ ਹੁਣ ਅੰਗ ਸੰਗੀ ਆ। ਤੇ ਉਹ ਗੁਰੂ ਪਾਤਸ਼ਾਹ ਮੈਂ ਇਸ ਤਰ੍ਹਾਂ ਆਪਣੇ ਅੰਗ ਸੰਗ ਸਮਝਦਾ, ਅੰਗ ਸੰਗ ਸਮਝਦਾ। ਤੇ ਗੁਰੂ ਪਾਤਸ਼ਾਹ ਨੇ ਸਾਰਾ ਖੇਡ ਧਰਤੀ ਤੋਂ ਲੈ ਕੇ ਸੱਚਖੰਡ ਤੱਕ ਮਿਲਣ ਦਾ ਰਸਤਾ ਵੱਖੋ ਵੱਖਰੇ ਤਰੀਕਿਆਂ ਦੇ ਨਾਲ ਸਾਨੂੰ ਸਮਝਾਇਆ। ਇੱਕ ਇੱਕ ਸ਼ਬਦ ਦੇ ਵਿੱਚ ਵੱਖਰੋ ਵੱਖਰੀ ਗੱਲ ਆ, ਇੱਕ ਇੱਕ ਸ਼ਬਦ ਦੇ ਵਿੱਚ ਮਿਲਾਪ ਦੀ ਸਾਰੀ ਗੱਲ ਆ, ਸਾਰੀ ਸੂਖਸ਼ਮ ਗੱਲ ਕੀਤੀ ਆ ਕਿ ਕਿਵੇਂ ਤੂੰ ਮਿਲਣਾ, ਕਿਸ ਤਰ੍ਹਾਂ ਬਚਣਾ, ਇਹ ਵਿਕਾਰਾਂ ਤੋਂ ਕਿਵੇਂ ਬਚਣਾ, ਇਹਨਾਂ ਦੀ ਖੇਡ ਕਿਵੇਂ ਆ, ਕਿਵੇਂ ਰੋਲ ਦਿੰਦੇ ਆ ਇਹ, ਕਿਵੇਂ ਜੀਵਨ ਬਰਬਾਦ ਕਰ ਦਿੰਦੇ ਆ, ਕਿਸ ਤਰ੍ਹਾਂ ਲੁੱਟ ਲੈਂਦੇ ਆ ਇਹ, ਇੱਥੇ ਮਾਇਆ ਠੱਗਣੀ ਆ, ਇਹ ਠੱਗ ਲੈਂਦੀ ਆ, ਸਾਰੇ ਸੰਸਾਰ ਨੂੰ ਇਹਨੇ ਠੱਗ ਲਿਆ। ਤੇ ਉਹ ਤੂੰ ਇਹਦੋਂ ਕਿਵੇਂ ਬਚਣਾ, ਇਹਦਾ ਕੀ ਸੁਭਾਅ ਆ, ਇੱਕ ਇੱਕ ਗੱਲ ਗੁਰੂ ਪਾਤਸ਼ਾਹ ਨੇ ਸਾਨੂੰ ਸਮਝਾਈ ਆ। ਸੋ ਧੰਨ ਗੁਰੂ ਪਾਤਸ਼ਾਹ ਜਿਹੜੇ ਸਾਨੂੰ ਇੱਕ ਇੱਕ ਐਂਗਲ ਤੋਂ ਗੱਲ ਸਮਝਾ ਕੇ ਸਾਨੂੰ ਜੀਵਨ ਰਸਤੇ ਤੇ, ਮਿਲਾਪ ਦੇ ਰਸਤੇ ਤੇ ਅੱਗੇ ਤੋਰ ਰਹੇ ਆ। ਸੋ ਗੁਰੂ ਪਾਤਸ਼ਾਹ ਕਿਰਪਾ ਕਰਨ, ਭੁੱਲ ਚੁੱਕ ਦੀ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।